ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਹੈਲਥ ਇਜ਼ ਵੈਲਥ ਤੇ ਹੈਲਥ ਨੂੰ ਸਾਨੂੰ ਵੈਲਥੀ ਬਣਾਉਣ ਦੇ ਲਈ ਟੀਕੇ ਲਗਾਏ ਜਾ ਰਹੇ ਨੇ ਤਾਂ ਕਿ ਸਾਡੀ ਇਮਿਊਨਿਟੀ ਵੱਧ ਜਾਵੇ ਤੇ ਅਸੀਂ ਕੋਵਿਡ ਦੇ ਨਾਲ ਲੜਾਈ ਕਰ ਸਕੀਏ। ਇਸੇ ਦੇ ਵਿੱਚ ਹੀ ਹੁਣ ਕੈਨੇਡਾ ਨੂੰ ਜਿਹੜੀਆਂ ਡੋਜ਼ਸ ਮਿਲ ਰਹੀਆਂ ਨੇ ਇਸ ਹਫਤੇ ਐਸਟਰਾਜੈਨਿਕਾ ਦੇ ਸਣੇ ਜਿਹੜੀਆਂ ਨੇ ਉਹ 9,45,000 ਡੋਜ਼ਸ ਜਿਹੜੀਆਂ ਮਿਲ ਜਾਣੀਆਂ ਨੇ ਤੇ BC ਨੂੰ ਵੀ ਉਹਦੇ ਵਿੱਚ ਡੋਜ਼ਸ ਮਿਲਣਗੀਆਂ। ਇਸੇ ਲਈ ਪਿਛਲੇ ਹਫਤੇ ਡਾਕਟਰ ਬੋਨੀ ਹੈਨਰੀ, ਪ੍ਰੀਮੀਅਰ ਜੋਨ ਹੋਰਗਨ, ਮਿਨਿਸਟਰ ਏਡਰੀਅਨ ਡਿਕਸ ਉਹਨਾਂ ਨੇ ਆਪਣਾ ਜਿਹੜਾ ਪਲਾਨ ਹੈਗਾ BC ਦੇ ਵਿੱਚ ਸੈਕਿੰਡ ਫੇਜ਼ ਦੇ ਥਰੂ ਜਿਹੜੀ ਇਮਿਊਨਾਈਜੇਸ਼ਨ ਦੇ ਲਈ ਟੀਕੇ ਲਗਾਉਣੇ ਆ ਉਹਦਾ ਪਲਾਨ ਜਿਹੜਾ ਸਾਡੇ ਸਾਹਮਣੇ ਰੱਖਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਅਸੀਂ ਜੁਲਾਈ ਤੱਕ ਜਿਹੜੇ ਟੀਕੇ ਉਹ ਲਗਾ ਦਾਂਗੇ ਪਹਿਲੀ ਡੋਜ਼। ਪਰ ਇਹਦੇ ਵਿੱਚ ਥੋੜਾ ਜਿਹਾ ਕੰਟਰੋਵਰਸੀ ਦੇ ਵਿੱਚ ਡਾਕਟਰ ਬੋਨੀ ਹੈਨਰੀ ਇਹ ਫਸ ਗਏ ਸੀ ਕਿ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਕਿਉਂ ਕਿਹਾ ਕਿ 4 ਮਹੀਨੇ ਤੋਂ ਬਾਅਦ ਦੂਜੀ ਡੋਜ਼ ਲਗਾਈ ਜਾਊਗੀ, ਕਿਉਂਕਿ ਸਾਨੂੰ ਤਾਂ ਪਹਿਲਾਂ ਇਹ ਲੱਗਦਾ ਸੀ ਕਿ ਸ਼ਾਇਦ ਸਾਨੂੰ ਜਿਹੜੀ ਹੈ 20-22 ਦਿਨ ਦੇ ਬਾਅਦ ਦੂਜੀ ਡੋਜ਼ ਲਗਾ ਦਿੱਤੀ ਜਾਵੇਗੀ ਜਾਂ 2 ਮਹੀਨੇ, ਤੇ ਹੁਣ 4 ਮਹੀਨੇ ਕਿਉਂ? ਪਰ ਹੁਣ ਜਿਹੜਾ ਨੈਸ਼ਨਲ ਪੈਨਲ ਹੈ ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਐਗਰੀ ਹਾਂ ਡਾਕਟਰ ਬੋਨੀ ਹੈਨਰੀ ਦੇ ਨਾਲ ਕਿ 4 ਮਹੀਨੇ ਦਾ ਗੈਪ ਜਿਹੜਾ ਉਹ ਲਿਆ ਜਾ ਸਕਦਾ ਇੱਕ ਡੋਜ਼ ਤੇ ਦੂਜੀ ਡੋਜ਼ ਦੇ ਵਿੱਚ। ਉਦੋਂ ਬਾਅਦ ਜਦੋਂ ਸਿੰਗਲ ਡੋਜ਼ ਦੀ ਗੱਲ ਕਰੀਏ ਕਿ ਸਿਰਫ ਇੱਕ ਡੋਜ਼ ਲੱਗਣੀ ਹੈ, ਉਹ ਲੱਗਣੀ ਹੈ ਜੌਨਸਨ ਐਂਡ ਜੌਨਸਨ ਦੀ, ਜਿਹੜੀ ਕਿ ਅਮਰੀਕਾ ਦੇ ਵਿੱਚ ਤਾਂ ਅਪਰੂਵ ਹੋ ਗਈ ਹੈ, ਪਰ ਅਸੀਂ ਵੇਟ ਕਰ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਕਦੋਂ ਅਪਰੂਵ ਹੋਊਗੀ। ਹੁਣ ਬਹੁਤ ਸਾਰੇ ਲੋਕਾਂ ਨੂੰ ਕੋਵਿਡ ਦੇ ਇੰਜੈਕਸ਼ਨ ਲੱਗ ਵੀ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਡਾਕਟਰਸ, ਫਰੰਟ ਲਾਈਨ ਵਰਕਰਸ ਤੇ ਖਾਸ ਕਰਕੇ ਸਾਡੇ ਜਿਹੜੇ ਸੀਨੀਅਰਸ ਹੈਗੇ ਆ ਉਹ ਸ਼ਾਮਿਲ ਹੈਗੇ ਆ। ਉਹਨਾਂ ਦੇ ਵਿੱਚੋਂ ਇੱਕ ਨੇ ਡਾਕਟਰ ਪ੍ਰਗਟ ਸਿੰਘ ਭੁਰਜੀ, ਜਿਨ੍ਹਾਂ ਨੂੰ ਟੀਕਾ ਲੱਗ ਗਿਆ, ਕਿਉਂਕਿ ਖੁਦ ਡਾਕਟਰ ਨੇ ਤੇ ਡਾਕਟਰ ਜਿਹੜੇ ਫਰੰਟ ਲਾਈਨ ਵਰਕਰਸ ਨੇ ਉਹਨਾਂ ਨੂੰ ਟੀਕੇ ਲੱਗ ਰਹੇ ਨੇ। ਉਹਨਾਂ ਦੇ ਨਾਲ ਅੱਜ ਗੱਲਬਾਤ ਕਰਦੇ ਹਾਂ ਕਿ ਪੂਰੀ ਇਨਫੋਰਮੇਸ਼ਨ ਕੀ ਹੈ ਟੀਕੇ ਦੇ ਬਾਰੇ, ਕਿਉਂਕਿ ਖੁਦ ਉਹਨਾਂ ਨੂੰ ਟੀਕਾ ਲੱਗਿਆ, ਕਿਸ ਤਰ੍ਹਾਂ ਦਾ ਇਫੈਕਟ ਹੋਇਆ ਆ, ਕਿਸ ਤਰ੍ਹਾਂ ਉਹ ਮਹਿਸੂਸ ਕਰ ਰਹੇ ਨੇ। ਆਓ ਸਵਾਗਤ ਕਰ ਲੈਂਦੇ ਹਾਂ ਡਾਕਟਰ ਪ੍ਰਗਟ ਸਿੰਘ ਭੁਰਜੀ ਦਾ। ਡਾਕਟਰ ਭੁਰਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਮੇਰੇ ਬੱਚੇ ਅਰਸ਼ ਬੱਟੂ ਜੀ ਔਰ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਮਹਿਸੂਸ ਕਰ ਰਹੇ ਹੋ ਡਾਕਟਰ ਸਾਹਿਬ? ਬਹੁਤ ਵਧੀਆ। ਐਕਚੁਅਲੀ ਜਿੱਦਾਂ ਮੈਂ ਕਰੀਬਨ ਸਾਊਥ ਸਰੀ ਦੇ ਲਾਗੇ ਰਹਿਣਾ ਤੇ ਸਾਡੇ ਲਾਗੇ ਹੈਗਾ ਡਰਾਈਵ ਥਰੂ ਸਟੇਸ਼ਨ, ਜਿਹੜਾ ਬੱਸ ਸਟੈਂਡ ਹੈਗਾ 3800 ਕਿੰਗ ਜਾਰਜ। ਸੋ ਕਾਰ 'ਚ ਬੈਠੇ ਬੈਠੇ ਹੀ ਤੁਹਾਨੂੰ ਟੀਕਾ ਲਾ ਦਿੱਤਾ ਜਾਂਦਾ। ਮੈਂ ਤੇ ਮੇਰੀ ਬੀਬੀ, ਮੇਰੀ ਮਦਰ 85 ਇਅਰਸ ਓਲਡ ਹੈ, ਉਹਨਾਂ ਨੂੰ ਬਹੁਤ ਸਾਰੇ ਹੈਲਥ ਇਸ਼ੂਜ਼ ਆ, ਉਹ ਵੀ ਕੁਆਲੀਫਾਈ ਕਰ ਗਏ ਸੀ ਤੇ ਕਰੀਬਨ ਅੱਧੇ ਘੰਟੇ 'ਚ ਅਸੀਂ ਸੁਰਖਰੂ ਹੋ ਗਏ। ਸਾਨੂੰ ਜਿਹੜਾ ਅਪਾਇੰਟਮੈਂਟ ਦਿੱਤੀ ਸੀ ਮੇਰੇ ਖੱਬੇ ਮੋਢੇ 'ਚ ਲੱਗਾ, ਬੀਬੀ ਦੇ ਵੀ ਖੱਬੇ ਮੋਢੇ 'ਚ ਲੱਗਾ। ਉਹਦੇ ਬਾਅਦ ਉਹ ਤੁਹਾਨੂੰ ਹੋਲਡ ਅਪ ਕਰਦੇ 15 ਮਿੰਟ ਵਾਸਤੇ ਤਾਂ ਕਿ ਕੋਈ ਰਿਐਕਸ਼ਨ ਹੁੰਦਾ ਕਿ ਨਹੀਂ ਹੁੰਦਾ। ਬਟ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਸਾਨੂੰ ਲਗਭਗ ਸ਼ਾਮ ਤਾਈਂ ਕੁਛ ਨਹੀਂ ਹੋਇਆ। ਅਗਲੇ ਦਿਨ ਥੋੜਾ ਜਿਹਾ ਪੇਨ ਹੋ ਰਿਹਾ ਸੀ, ਲੇਕਿਨ ਅਗਰ ਆਪਾਂ 1 ਤੋਂ 100 'ਚ ਗਿਣੀਏ ਤੇ 1% ਹੀ ਮੈਨੂੰ ਪੇਨ ਹੋਇਆ ਔਰ ਬੁਖਾਰ ਨਹੀਂ ਹੋਇਆ, ਸੋਰਨੈਸ ਨਹੀਂ ਹੋਈ। ਮੈਂ ਜਿਮ ਵੀ ਗਿਆ, ਕੰਮ ਵੀ ਕਰਦਾ ਰਿਹਾ, ਨੀਂਦ 'ਚ ਕੋਈ ਪ੍ਰੋਬਲਮ ਨਹੀਂ ਆਈ, ਕੋਈ ਸਕਿਨ ਰੈਸ਼ ਨਹੀਂ ਹੋਈ, ਕੋਈ ਐਲਰਜਿਕ ਰਿਐਕਸ਼ਨ ਨਹੀਂ ਹੋਇਆ। ਔਰ ਕੈਨੇਡਾ ਭਰ 'ਚ ਬਹੁਤ ਸਾਰੇ ਲੋਕਾਂ ਨੂੰ, ਕਰੀਬਨ 2 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਲੱਗ ਚੁੱਕਿਆ। ਕਰੀਬਨ 4% ਕੈਨੇਡੀਅਨ ਨੂੰ ਟੀਕੇ ਲੱਗ ਚੁੱਕੇ ਆ। ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ। ਸੰਸਾਰ ਭਰ 'ਚ ਕਰੀਬਨ 250 ਮਿਲੀਅਨ ਲੋਕਾਂ ਨੂੰ ਟੀਕੇ ਲੱਗ ਚੁੱਕੇ ਆ, 70 ਤੋਂ ਜ਼ਿਆਦਾ ਦੇਸ਼ਾਂ 'ਚ ਵੱਖ-ਵੱਖ ਟੀਕੇ। ਔਰ ਸਾਰੇ ਹੀ ਮਤਲਬ ਕੋਈ ਰਿਪੋਰਟ ਨਹੀਂ ਕਰ ਰਹੇ ਵੀ ਜਿਹੜੇ ਦੇਖੋ ਮੇਰੀ ਵਾਈਫ ਆ, ਉਹਨੇ 2 ਦਿਨ ਬਾਅਦ ਲਾਇਆ, ਮੈਨੂੰ ਕਰੀਬਨ ਹਫ਼ਤਾ ਹੋ ਗਿਆ। ਸੋ ਉਹਨੂੰ ਫੀਵਰ ਵੀ ਹੋਇਆ, ਬਾਂਹ ਜਿਹੜੀ ਹੈਗੀ ਆ ਕੜੇਵੇਂ ਜਿਹੀ ਆਈ, ਮਸਲ ਸੋਰ ਹੋਇਆ, ਉਹਨੂੰ ਟਾਇਲੋਨੋਲ ਵੀ ਲੈਣਾ ਪਿਆ ਔਰ ਕਰੀਬਨ 48 ਘੰਟੇ ਦੇ ਵਿੱਚ ਉਹਦੇ ਲੱਛਣ ਠੀਕ ਹੋ ਗਏ ਸੀ। ਸੋ ਵੱਖ-ਵੱਖ ਲੋਕੀ ਆ, ਉਹਨਾਂ ਨੂੰ ਵੱਖ-ਵੱਖ ਹੁੰਦਾ। ਮੇਰੀ ਬੇਟੀਆਂ ਨੂੰ ਵੀ ਸਿਮਿਲਰ ਹੋਇਆ ਸੀ। ਸੋ ਕਈਆਂ ਨੂੰ ਬੁਖਾਰ ਹੋ ਸਕਦਾ, ਥੋੜਾ ਪੇਨ ਹੋ ਸਕਦਾ। ਦੇਖੋ ਓਦਾਂ ਵੀ ਬੱਚਿਆਂ ਨੂੰ ਆਪਾਂ ਜਦੋਂ ਟੀਕੇ ਲਾਉਂਦੇ, ਕਈਆਂ ਨੂੰ ਬੁਖਾਰ ਹੁੰਦਾ, ਕਈਆਂ ਨੂੰ ਪੇਨ ਹੁੰਦਾ, ਕਈਆਂ ਨੂੰ ਟਾਲਮਾ ਦੇਣੀ ਪੈਂਦੀ ਆ, ਲੇਕਿਨ ਕੋਈ ਸੀਰੀਅਸ ਰਿਐਕਸ਼ਨ ਨਹੀਂ ਹੋਇਆ ਔਰ ਬਹੁਤ ਵਧੀਆ ਸਰਵਿਸ ਹੈਗੀ ਆ। ਔਰ ਜਿੱਦਾਂ ਤੁਸੀਂ ਆਪ ਜ਼ਿਕਰ ਕੀਤਾ, ਇਸ ਵੇਲੇ BC ਦੇ ਵਿੱਚ ਫੇਜ਼ 2 ਪਲਾਨ ਜਿਹੜਾ ਰੋਲ ਆਊਟ ਹੈਗਾ, ਫੇਜ਼ 2 ਦੀ ਮੇਰੀ ਮੁਰਾਦ ਹੈਗੀ ਵੀ ਜਿਹੜੇ 90 ਤੋਂ ਉੱਤੇ ਆ ਪਹਿਲਾਂ ਉਹ ਆਉਣਗੇ, ਫਿਰ ਹੌਲੀ ਹੌਲੀ ਸਲਾਈਡਿੰਗ ਸਕੇਲ 85, 80, 75, 70 ਤੇ ਜਿਹੜੇ ਇੰਡੀਜੀਨੀਅਸ ਹੈ, ਜਿਹੜੇ ਨੇਟਿਵ ਲੋਕ ਆ 65 ਐਂਡ ਅਬਵ, ਉਹ ਵੀ ਕੁਆਲੀਫਾਈ ਕਰ ਪਾਉਂਦੇ ਆ। ਔਰ ਇਹਨਾਂ ਨੇ ਆਲਮੋਸਟ ਸਾਰੇ ਡਾਕਟਰਾਂ ਨੂੰ ਇੱਕ ਟੀਕਾ ਲਾ ਚੁੱਕਾ। ਜਿਹੜੇ ਕਮਿਊਨਿਟੀ 'ਚ ਕੰਮ ਕਰਦੇ ਅਸੀਂ, ਜਿਹੜੇ ਹਸਪੀਟਲਾਂ 'ਚ ਡਾਕਟਰ ਕੰਮ ਕਰਦੇ, ਸਾਰਿਆਂ ਨੂੰ 2 ਟੀਕੇ ਲੱਗ ਚੁੱਕੇ ਆ। ਲੇਕਿਨ ਉਹਨਾਂ ਨੂੰ 40-42 ਦਿਨ ਬਾਅਦ ਲੱਗਾ ਸੀ, ਕਿਉਂਕਿ ਤੁਹਾਨੂੰ ਪਤਾ ਦਸੰਬਰ ਦੇ ਮਿਡਲ 'ਚ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਹੋਈ ਸੀ ਬ੍ਰਿਟਿਸ਼ ਕੋਲੰਬੀਆ 'ਚ ਔਰ ਕੈਨੇਡਾ 'ਚ। ਜੀ ਡਾਕਟਰ ਭੁਰਜੀ, ਸਾਡਾ ਪ੍ਰੋਗਰਾਮ ਦਾ ਮਕਸਦ ਹੀ ਇਹ ਹੈ ਕਿ ਅਸੀਂ ਵੈਕਸੀਨ ਦੇ ਰਿਲੇਟਿਡ, ਕੋਵਿਡ ਦੇ ਰਿਲੇਟਿਡ
ਜਿਹੜੇ ਵੇਰੀਐਂਟ ਆ ਰਹੇ ਆ ਉਹਨਾਂ ਦੇ ਰਿਲੇਟਡ ਪੂਰੀ ਇਨਫੋਰਮੇਸ਼ਨ ਜਿਹੜੀ ਉਹ ਪਹੁੰਚਾਉਂਦੇ ਰਹੀਏ। ਕਈ ਵਾਰੀ ਬਹੁਤ ਸਾਰੀ ਫੀਡਬੈਕ ਇਹ ਵੀ ਆਉਂਦੀ ਹੈ ਕਿ ਤੁਸੀਂ ਕੋਵਿਡ ਨੂੰ ਲੈ ਕੇ ਇੰਨਾ ਜ਼ਿਆਦਾ ਜਿਹੜਾ ਕਹਿ ਰਹੇ ਹੋ ਕਿ ਕੋਵਿਡ ਅਸੀਂ ਹੁਣ ਥੱਕ ਚੁੱਕੇ ਹਾਂ, ਪਰ ਕਈ ਲੋਕ ਐਪਰੀਸ਼ੀਏਟ ਵੀ ਕਰਦੇ ਆ ਕਿ ਸਾਨੂੰ ਪਤਾ ਲੱਗਦਾ ਰਹਿੰਦਾ ਹੈ, ਨੌਲੇਜ ਆ ਰਹੀ ਹੈ ਕਿ ਕੀ ਕੁਝ ਹੋ ਰਿਹਾ ਤੇ ਸਾਡਾ ਕੌਨਫੀਡੈਂਸ ਹੋਰ ਵੱਧ ਰਿਹਾ। ਹੁਣ ਤੁਹਾਡੇ ਜਿਹੜੀ ਡੋਜ਼ ਲੱਗ ਚੁੱਕੀ ਹੈ ਉਸ ਤੋਂ ਬਾਅਦ ਵੀ ਬਹੁਤ ਸਾਰਿਆਂ ਦਾ ਕੌਨਫੀਡੈਂਸ ਵਧਣਾ ਆ ਕਿ ਆਲਰੇਡੀ ਤੁਹਾਨੂੰ ਲੱਗ ਚੁੱਕੀ ਹੈ, ਤੁਹਾਡੇ ਮਿਸਿਸ ਨੂੰ ਲੱਗ ਚੁੱਕੀ ਹੈ, ਬੀਬੀ ਜੀ ਨੂੰ ਲੱਗ ਚੁੱਕੀ ਹੈ, ਸੋ ਸਾਰਿਆਂ ਨੂੰ ਲੱਗ ਚੁੱਕੀ ਹੈ ਤੇ ਕੋਈ ਵੀ ਇੰਨਾ ਵੱਡਾ ਸਾਈਡ ਇਫੈਕਟ ਨਹੀਂ ਆਇਆ। ਜੇ ਸਾਈਡ ਇਫੈਕਟ ਹੁੰਦਾ ਵੀ ਹੈ, ਜੇ ਫੀਵਰ ਵੀ ਹੁੰਦਾ ਥੋੜਾ ਬਹੁਤ, ਤਾਂ ਉਹਦੇ ਨਾਲ ਤੁਸੀਂ ਖੁਦ ਹੀ ਦੱਸਦੇ ਹੁੰਦੇ ਆ ਕਿ ਉਹਦੇ ਨਾਲ ਇਮਿਊਨਿਟੀ ਜਿਹੜੀ ਆ ਉਹ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ, ਜ਼ਿਆਦਾ ਬਣਦੀ ਹੈ, ਸੋ ਉਹਦੇ ਨਾਲ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਬਿਲਕੁਲ ਸਹੀ ਗੱਲ ਤੁਸੀਂ ਦੱਸਿਆ। ਐਕਚੁਅਲੀ ਰਿਸਰਚ ਸ਼ੋ ਕਰਦੀ ਹੈ ਵੀ ਜਦੋਂ ਫੀਵਰ ਹੋ ਰਿਹਾ ਐਕਚੁਅਲੀ ਤੁਹਾਡਾ ਇਮਿਊਨ ਸਿਸਟਮ ਉਨੀ ਹੀ ਤਗੜੀ ਐਂਟੀਬਾਡੀਜ਼ ਬਣਾ ਰਿਹਾ। ਜੀ ਸੋ ਅੱਛੀ ਗੱਲ ਹੈਗੀ ਆ। ਔਰ ਹੁਣ ਨਵਾਂ ਜਿਹੜਾ ਡੇਟਾ ਜਿਹੜੇ ਨਿੱਕੇ ਬੱਚਿਆਂ 'ਚ ਵੀ ਹੁੰਦਾ ਜਿਹਨਾਂ ਨੂੰ ਟੀਕਾ ਲਾਉਂਦੇ, ਅਸੀਂ ਮਾਵਾਂ ਨੂੰ ਕਹਿੰਦੇ ਆ ਵੀ ਅਗਰ ਬਹੁਤ ਜ਼ਿਆਦਾ ਬੁਖਾਰ ਆ, ਬੱਚਾ ਬਹੁਤ ਟਰਬਲ 'ਚ, ਤਾਂ ਟਾਲ ਨਾ ਦਿਓ, ਨਹੀਂ ਤੇ ਬੁਖਾਰ ਵਗੈਰਾ ਹਟ ਜਾਣਾ 12 ਤੋਂ 24 ਘੰਟੇ ਦੇ ਵਿੱਚ। ਔਰ ਤੁਹਾਡਾ ਇਮਿਊਨ ਸਿਸਟਮ ਐਕਚੁਅਲੀ ਬੂਸਟ ਕਰ ਰਿਹਾ, ਐਂਟੀਬਾਡੀਜ਼ ਬਣਾ ਰਿਹਾ। ਹੁਣ ਜਿਹੜੀ ਸੈਕਿੰਡ ਸਿਚੁਏਸ਼ਨ ਹੈਗੀ ਆ, ਕੱਲ ਪਰਸੋਂ ਤੋਂ ਜਿਹੜੀ ਚੱਲ ਰਹੀ ਸੀ, ਡਾਕਟਰ ਬੌਨੀ ਹੈਮਰਿਨ ਨੇ ਜਿਹੜਾ ਡਿਸੀਜਨ ਲਿੱਤਾ ਸੀ ਵੀ 4 ਮਹੀਨੇ ਦਾ 2 ਡੋਜ਼ ਦੇ ਵਿੱਚ ਵਕਫਾ ਪਾਵਾਂਗੇ। ਦੇਖੋ ਰਿਸਰਚ ਹੈਗਾ, ਉਹ 'ਚ ਫਾਈਜ਼ਰ ਵਾਲੇ ਕਹਿੰਦੇ ਸੀ ਮਿਨੀਮਮ 21 ਦਿਨ ਰੱਖੋ, ਮੋਡਰਨਾ ਵਾਲੇ ਕਹਿੰਦੇ ਸੀ ਮਿਨੀਮਮ 28, ਲੇਕਿਨ ਜਿਹੜਾ ਰਿਸਰਚ ਉਹਨਾਂ ਦਾ ਹੈਗਾ ਸੀ ਉਹ 42 ਦਿਨ ਤੱਕ ਵੀ, ਅਸੀਂ ਵੀ 42 ਦਿਨ ਤੱਕ ਵੀ ਲਾ ਲਿਓ। ਲੇਕਿਨ ਹੁਣ ਜਿਹੜਾ ਕੈਨੇਡਾ ਦਾ ਰਿਸਰਚ ਆ ਉਹ ਸਾਨੂੰ ਸ਼ੋ ਕਰਦਾ ਵੀ ਇਹ ਟੀਕੇ ਇੰਨੇ ਵਧੀਆ ਵੀ ਇੱਕ ਡੋਜ਼ ਦੇ ਨਾਲ ਬਿਟਵੀਨ 70 to 80% ਐਂਟੀਬਾਡੀਜ਼ ਬਣ ਜਾਂਦੀ ਹੈ। ਸੋ ਅਗਰ ਆਪਾਂ ਕਹੀਏ ਤਾਂ ਪ੍ਰੋਟੈਕਸ਼ਨ ਬਹੁਤ ਵਧੀਆ। ਸੋ ਇਸ ਲਈ ਇਹ ਡਿਸੀਜਨ ਲਿੱਤਾ ਗਿਆ ਵੀ ਜੁਲਾਈ ਤੱਕ ਲਗਭਗ ਪੂਰੇ ਬ੍ਰਿਟਿਸ਼ ਕੋਲੰਬੀਅਨਸ ਨੂੰ ਇੱਕ ਡੋਜ਼ ਤਾਂ ਲੱਗ ਚੁੱਕਾ ਜਾਵੇ ਤਾਂ ਕਿ ਉਹਨਾਂ ਨੂੰ ਪ੍ਰੋਟੈਕਸ਼ਨ ਮਿਲੇ, ਕਿਉਂਕਿ ਮਕਸਦ ਇਹੀ ਆ ਵੀ ਹਸਪੀਟਲ ਐਡਮਿਸ਼ਨ ਘਟਣ, ICU ਐਡਮਿਸ਼ਨ ਘਟਣ ਤੇ ਡੈਥ ਘਟਣ। ਸੋ ਇਹ ਬਹੁਤ ਵਧੀਆ ਸਟੈਪ ਆ। ਔਰ ਅੱਜ ਨੈਸ਼ਨਲ ਜਿਹੜੀ ਐਡਵਾਈਜ਼ਰੀ ਕਮੇਟੀ ਔਨ ਇਮੂਨਾਈਜੇਸ਼ਨ ਜਿਹੜੀ ਕੈਨੇਡਾ ਦੀ ਬੋਡੀ ਆ, ਉਹਨਾਂ ਨੇ ਵੀ ਹੰਗਾਰਾ ਭਰਤਾ ਵੀ ਇਹ ਰਾਈਟ ਡਿਸੀਜਨ ਸੀ। ਹੁਣ ਇਹਦੇ ਉੱਤੇ ਜਿਹੜਾ ਰਿਸਰਚ ਹੈ ਉਹ ਜ਼ਿਆਦਾ 2 ਕੰਟਰੀ ਤੋਂ ਆ ਰਿਹਾ। ਸਭ ਤੋਂ ਜ਼ਿਆਦਾ ਇਜ਼ਰਾਈਲ, ਜਿਹਦੇ ਵਿੱਚ ਕਰੀਬਨ 47% ਲੋਕਾਂ ਨੂੰ ਵੈਕਸੀਨੇਸ਼ਨ ਲੱਗ ਚੁੱਕਿਆ ਫਾਈਜ਼ਰ ਦਾ। ਔਰ ਉਹ ਵੀ ਸ਼ੋ ਕਰਦੇ ਆ ਵੀ ਜਿਹਨਾਂ ਨੂੰ ਇੱਕ ਟੀਕਾ ਵੀ ਲੱਗਾ 70-80% ਐਂਟੀਬਾਡੀਜ਼ ਹੈਗੀ ਹੈ, 2 ਤੋਂ ਬਾਅਦ ਤੇ 95% ਤੋਂ ਉੱਤੇ ਹੁੰਦੀਆਂ। ਤੇ ਜਿਹੜਾ ਸਕਾਟਲੈਂਡ ਹੈਗਾ ਉੱਥੇ ਵੀ 35% ਲੋਕਾਂ ਨੂੰ ਟੀਕੇ ਲੱਗ ਚੁੱਕਿਆ। ਸਿਮਿਲਰ ਰਿਸਰਚ ਉੱਥੋਂ ਆ ਰਹੀ ਹੈ। ਸਾਡਾ ਖੁਦ ਦਾ ਡੇਟਾ ਜਿਹੜਾ ਇੱਥੇ BC 'ਚ ਜਾਂ ਕਿਊਬੈਕ 'ਚ ਹੈਗਾ, ਕਿਉਂਕਿ ਕਾਫੀ ਡਾਕਟਰ ਵੋਲੰਟੀਅਰ ਕਰਦੇ ਆ ਟੀਕੇ ਲਾਉਣ ਤੋਂ ਬਾਅਦ ਵੀ ਐਂਟੀਬਾਡੀਜ਼ ਲੈਵਲ ਚੈੱਕ ਕੀਤੀ ਜਾਏ, ਉਹ ਵੀ ਸ਼ੋ ਕਰ ਰਿਹਾ ਵੀ ਅੱਛੀ ਪ੍ਰੋਟੈਕਸ਼ਨ ਮਿਲ ਰਹੀ ਹੈ। ਸੋ ਇਹ ਅੱਛਾ ਸਟੈਪ ਹੈਗਾ ਵੀ ਆਪਾਂ ਰੈਪਿਡਲੀ ਇਮੂਨਾਈਜ਼ ਕਰੀਏ। ਔਰ ਮੈਨੂੰ ਲੱਗਦਾ ਹੈ ਜਿੱਦਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਵੀ ਸੈਪਟੰਬਰ ਤੱਕ ਸਾਰੇ ਕੈਨੇਡਾ ਨੂੰ ਲੱਗ ਜਾਊਗਾ, ਮੈਨੂੰ ਲੱਗਦਾ ਉਸ ਤੋਂ ਪਹਿਲਾਂ ਹੋ ਜਾਣਾ ਰੋਲ ਆਊਟ ਪਲਾਨ, ਕਿਉਂਕਿ ਸਾਡੇ ਕੋਲ ਹੁਣ ਤੀਜਾ ਟੀਕਾ ਵੀ ਆ ਗਿਆ ਜਿਹੜਾ ਆਕਸਫੋਰਡ ਦਾ। ਹੋ ਸਕਦਾ ਆਉਣ ਵਾਲੇ ਸਮੇਂ 'ਚ ਜੌਨਸਨ ਐਂਡ ਜੌਨਸਨ ਵਾਲਾ ਵੀ ਆ ਜਾਵੇ। ਅਸੀਂ ਐਕਸਫੋਰਡ ਵਾਲੇ ਦੀ ਵੀ ਗੱਲ ਕਰਾਂਗੇ ਤੇ ਜੌਨਸਨ ਐਂਡ ਜੌਨਸਨ ਦੀ। ਪਹਿਲਾਂ ਜੋ ਆਕਸਫੋਰਡ ਐਸਟਰਾਜੈਨੇਕਾ ਦੀ ਗੱਲ ਕਰੀਏ ਡਾਕਟਰ ਪੁਰਜੀ ਜੀ, ਉਹਦੇ ਵਿੱਚ ਹੁਣ ਇੰਨੀ ਜਿਹੜੀ ਇਮਿਊਨਿਟੀ ਬਣਦੀ ਹੈਗੀ ਆ ਫਾਈਜ਼ਰ ਤੇ ਮੋਡਰਨਾ ਦੇ ਨਾਲ 90+, 95+ ਉਹ ਕਹਿ ਰਹੇ ਆ, ਪਰ ਹੁਣ ਜਿਹੜੀ ਉਹ ਵਾਲੀ ਐਸਟਰਾਜੈਨੇਕਾ ਉਹ 66+ ਕਹਿ ਰਹੇ ਆ। ਹੁਣ ਉਹਦੇ ਨਾਲ ਵੀ ਬਹੁਤ ਸਾਰੇ ਕੁਐਸਚਨ ਜਿਹੜੇ ਨੇ ਉਹ ਆ ਗਏ ਨੇ ਕਿ ਜਿਹੜੇ 65+ ਏਜ ਵਾਲੇ ਆ ਉਹਦੇ ਲਗਾਇਆ ਜਾਵੇ, ਨਹੀਂ ਲਗਾਇਆ ਜਾਵੇ, ਉਹਨੂੰ ਲੈ ਕੇ ਤੁਹਾਡਾ ਕੀ ਕਹਿਣਾ? ਦੇਖੋ ਜਿਹੜਾ ਇਸ ਵੇਲੇ ਗਾਈਡਲਾਈਨ ਤੇ ਹੈਗੀ ਆ, ਹੈਲਥ ਕੈਨੇਡਾ ਨੇ ਕਹੀ ਆ ਵੀ 65 ਇਅਰਸ ਤੋਂ ਉੱਤੇ ਆ ਉਹਨਾਂ ਨੂੰ ਫਾਈਜ਼ਰ ਮੋਡਰਨਾ ਦਿੱਤਾ ਜਾਵੇ ਤੇ ਉਸ ਤੋਂ ਥੱਲੇ ਜਿਹੜੇ ਹੈਗਾ ਆਕਸਫੋਰਡ ਵਾਲਾ ਯੂਜ਼ ਕੀਤਾ ਜਾਵੇ। ਉਹਦਾ ਰੀਜ਼ਨ ਇਹ ਆ ਵੀ ਜਦੋਂ ਆਕਸਫੋਰਡ ਦੀ ਸਟੱਡੀ ਹੋ ਰਹੀ ਸੀ ਕੋਈ ਵੀ ਉਹਨਾਂ 'ਚ ਵੋਲੰਟੀਅਰ 65 ਇਅਰਸ ਤੋਂ ਉੱਤੇ ਨਹੀਂ ਸੀ। ਸੋ ਇਹੀ ਮੇਨ ਰੀਜ਼ਨ ਸੀ। ਹੁਣ ਦੇਖੋ ਇੰਡੀਆ 'ਚ ਜਿਹੜੇ ਹੈਗਾ ਕੋਵਿਸ਼ੀਲਡ ਤੇ ਕੋਵੈਕਸੀਨ ਜਿਹੜਾ ਸੀਰਮ ਇੰਸਟੀਚਿਊਟ ਆਫ ਇੰਡੀਆ ਜਾਂ ਭਾਰਤ ਬਾਇਓਟੈਕ ਦੇ ਨਾਲ ਬਣਿਆ, ਉਹ ਬਿਲਕੁਲ ਆਕਸਫੋਰਡ ਵਰਗਾ, ਐਸਟਰਾਜੈਨੇਕਾ ਵਰਗਾ, ਲੇਕਿਨ ਉੱਥੇ ਇਹੀ ਟੀਕਾ ਹੈਗਾ। ਸੋ ਸਾਰੇ ਉਮਰ ਦੇ ਲੋਕ ਇਹੀ ਟੀਕਾ ਲਾ ਰਹੇ, ਭਾਵੇਂ ਜਿਹੜੀ ਮਰਜ਼ੀ ਏਜ ਗਰੁੱਪ ਹੋਵੇ। ਔਰ ਹਿੰਦੁਸਤਾਨ ਤੇ ਕਰੀਬਨ 15 ਮਿਲੀਅਨ ਟੀਕੇ ਲੱਗ ਚੁੱਕੇ ਆ ਔਰ ਉਹਨਾਂ ਦੇ ਵਿੱਚ ਅੱਛੀ ਇਮਿਊਨਿਟੀ ਆ ਰਹੀ ਆ। ਹੁਣ ਜਿਹੜੀ ਗੱਲ ਹੈਗੀ ਆ ਵੀ ਇਨਸਾਨ ਕੋਈ ਕਹੂਗਾ ਵੀ ਨਹੀਂ ਮੈਂ ਸ਼ਾਪਿੰਗ ਕਰਨੀ ਆ ਵੀ ਮੈਨੂੰ 95% ਵਾਲਾ ਫਾਈਜ਼ਰ ਚਾਹੀਦਾ, ਮੈਨੂੰ ਆਕਸਫੋਰਡ ਵਾਲਾ ਜਿਹੜਾ ਹੈਗਾ 66% ਨਹੀਂ ਚਾਹੀਦਾ। ਲੇਕਿਨ ਅਗਰ ਤੁਸੀਂ ਦੇਖੋ ਜਿਹੜਾ ਬੈਂਚਮਾਰਕ WHO ਨੇ ਕਿਹਾ ਸੀ ਉਹ ਸੀ ਵੀ ਘੱਟ ਤੋਂ ਘੱਟ 50% ਅਸਰਦਾਰ ਹੋਣਾ ਚਾਹੀਦਾ ਟੀਕਾ। ਹੁਣ ਜਿਹੜਾ ਆਪਾਂ ਕਹਿੰਦੇ 66 ਵਰਸਸ 95, ਇਹ ਲੈਬ ਦੀਆਂ ਗੱਲਾਂ, ਲੇਕਿਨ ਹਕੀਕਤ 'ਚ ਤੇ ਉਹ ਪ੍ਰੋਟੈਕਟ ਕਰ ਰਿਹਾ, ਤੁਹਾਨੂੰ ਇਮਿਊਨਿਟੀ ਦੇ ਰਿਹਾ, ਤਾਂ ਕਿ ਤੁਸੀਂ ਅਗਰ ਕੋਵਿਡ ਦੇ ਨਾਲ ਤੁਹਾਡਾ ਵਾਹ ਪੈਂਦਾ ਤੇ ਕੋਵਿਡ ਨੂੰ ਵਿਨਾਸ਼ ਕਰਨ 'ਚ ਸਮਰੱਥ ਹੈਗੀ ਐਂਟੀਬਾਡੀਜ਼ ਜਿਹੜੀ ਈਵਨ ਆਕਸਫੋਰਡ ਵਾਲੀ ਬਣਦੀ ਆ, ਤੇ ਤੁਹਾਨੂੰ ਪ੍ਰੀਵੈਂਟ ਕਰਦਾ ਹਸਪੀਟਲ ਜਾਣ 'ਚ ਐਡਮਿਸ਼ਨ ਔਰ ਡੈਥ ਤੋਂ। ਸੋ ਮੇਨ ਮਕਸਦ ਤੇ ਇਹ ਆ।
ਦੇਖੋ ਕੋਈ ਵੀ ਟੀਕਾ ਇਹੋ ਜਿਹਾ ਨਹੀਂ ਬਣਨਾ ਜਿਹੜਾ 100% ਪ੍ਰੋਟੈਕਸ਼ਨ ਦੇਊਗਾ। ਬੈਸਟ ਟੀਕਾ ਇਹੀ ਆ ਵੀ ਜਿਹੜਾ ਤੁਹਾਡੇ ਮੋਢੇ 'ਚ ਲੱਗ ਗਿਆ, ਭਾਵੇਂ ਜਿਹੜੇ ਮਰਜ਼ੀ ਕੰਪਨੀ ਦਾ ਹੋਵੇ। ਜੀ ਡਾਕਟਰ ਪੁਰਜੀ, ਜਿਵੇਂ ਤੁਸੀਂ ਕਿਹਾ ਕਿ ਸ਼ਾਪਿੰਗ ਤਾਂ ਕਰਨੀ ਨਹੀਂ, ਕਿ ਮੈਂ ਤਾਂ ਜੀ 95% ਵਾਲਾ ਲੈਣਾ, ਮੈਂ ਉਦੋਂ ਥੱਲੇ ਵਾਲਾ ਲੈਣਾ ਹੀ ਨਹੀਂ ਹੈ ਟੀਕਾ। ਪਰ ਹੁਣ ਇਹਦੇ ਵਿੱਚ ਵੀ ਚੋਇਸਸ ਮੰਗੀਆਂ ਜਾ ਰਹੀਆਂ ਨੇ ਆਲਰੇਡੀ, ਕਿ ਜੇ ਸਾਨੂੰ ਚੋਇਸ ਦਿੱਤੀ ਜਾਵੇ ਕਿ ਅਸੀਂ ਚੋਇਸਸ ਲੈ ਸਕਦੇ ਹਾਂ ਕਿ ਅਸੀਂ ਮੋਡਰਨਾ ਦਾ ਹੀ ਟੀਕਾ ਲਗਵਾਉਣਾ ਜਾਂ ਅਸੀਂ ਫਾਈਜ਼ਰ ਦਾ ਹੀ ਟੀਕਾ ਲਗਵਾਉਣਾ, ਇਹ ਪੋਸੀਬਲ ਹੋ ਸਕਦਾ? ਨਹੀਂ, ਆਲ ਓਵਰ ਵਰਲਡ ਇਹ ਨਹੀਂ ਹੈਗਾ। ਇਹਨੂੰ ਕਹਿੰਦੇ ਪੈਟਰਨਲਿਸਟਿਕ ਅਪਰੋਚ, ਵੀ ਜਿੱਦਾਂ ਨਹੀਂ ਇੱਕ ਜੁਆਇੰਟ ਫੈਮਿਲੀ 'ਚ ਦਾਦਾ, ਫਿਰ ਡੈਡੀ, ਤਾਇਆ, ਫਿਰ ਡੈਡੀ ਦੀ ਵਾਰੀ ਆਉਂਦੀ ਹੈ, ਵੀ ਜਿਹੜਾ ਰੂਲ ਹੈ ਉਹ ਰੂਲ ਆ, ਉਹ ਰੂਲ ਚੇਂਜ ਨਹੀਂ ਹੋਊਗਾ। ਸੋ ਮੇਰੇ ਖਿਆਲ ਨਾਲ ਸਾਨੂੰ ਇਹਦੇ ਵਿੱਚ ਨੈਗੋਸੀਏਸ਼ਨ ਜਾਂ ਬਾਰਗੇਨਿੰਗ ਦਾ ਮੌਕਾ ਨਹੀਂ ਮਿਲੂਗਾ। ਔਰ ਸਾਰੇ ਟੀਕੇ ਅਸਰਦਾਰ ਹੈਗੇ ਆ, ਸਾਰੇ ਤੁਹਾਨੂੰ ਕੋਵਿਡ ਤੋਂ ਪ੍ਰੋਟੈਕਟ ਕਰਦੇ ਆ। ਔਰ ਬੈਸਟ ਟੀਕਾ ਇਹੀ ਆ ਵੀ ਜਿਹੜਾ ਛੇਤੀ ਤੋਂ ਛੇਤੀ ਤੁਹਾਨੂੰ ਲੱਗ ਜਾਏ ਤਾਂ ਕਿ ਤੁਹਾਨੂੰ ਪ੍ਰੋਟੈਕਸ਼ਨ ਮਿਲੇ। ਅੱਛਾ ਡਾਕਟਰ ਪੁਰਜੀ, ਜਿੱਦਾਂ ਹੁਣ ਅਲਬਰਟਾ ਦੇ ਵਿੱਚ ਦੋ ਜਿਹੜੀਆਂ ਨੇ ਉਹ ਵੈਕਸੀਨ ਦੀਆਂ ਅਪਾਇੰਟਮੈਂਟਸ ਬੁੱਕ ਕੀਤੀਆਂ ਜਾ ਰਹੀਆਂ ਨੇ, ਪਹਿਲੀ ਅਪਾਇੰਟਮੈਂਟ ਵੀ ਤੇ ਸੈਕਿੰਡ ਅਪਾਇੰਟਮੈਂਟ ਵੀ, ਜਿਹੜੇ AD+ ਹੈਗੇ ਨੇ। ਹੁਣ ਕੀ BC ਦੇ ਵਿੱਚ ਵੀ ਇਦਾਂ ਦੀ ਆਪਸ਼ਨ ਅਵੇਲੇਬਲ ਹੈ? ਕਿਉਂਕਿ ਤੁਸੀਂ ਤਾਂ ਖੁਦ ਜਿਹੜੀ ਇੰਜੈਕਸ਼ਨ ਲਗਵਾ ਕੇ ਆ ਰਹੇ ਹੋ, ਵੈਕਸੀਨ ਲੈ ਕੇ ਆ ਰਹੇ ਹੋ, ਤੇ ਤੁਹਾਨੂੰ ਕਿਹੜੀ ਵੈਕਸੀਨ ਲੱਗੀ ਸੀ? ਮੈਨੂੰ ਔਰ ਮੇਰੀ ਫੈਮਿਲੀ ਨੂੰ, ਮਤਲਬ ਮੇਰੀ ਵਾਈਫ ਨੂੰ ਤੇ ਬੀਬੀ ਜੀ ਨੂੰ ਫਾਈਜ਼ਰ ਦੀ ਲੱਗੀ ਸੀ। ਮੇਰੀ ਬੇਟੀ ਜਿਹੜੀ ਇੱਥੇ ਫਰੇਜ਼ਰ ਹੈਲਥ 'ਚ ICU 'ਚ ਕੰਮ ਕਰਦੀ, ਉਹਨੂੰ ਮੋਡਰਨਾ ਦੀ ਲੱਗੀ ਆ। ਮੇਰੀ ਬੇਟੀ ਜਿਹੜੀ ਨਿਊਯਾਰਕ 'ਚ ਹੈਗੀ ਆ, ਉਹਨੂੰ ਫਾਈਜ਼ਰ ਦਾ ਲੱਗਿਆ ਸੀ, ਹਨਾ। ਸੋ ਕਹਿਣ ਦੀ ਮੁਰਾਦ ਇਹ ਹੈਗੀ ਆ ਵੀ ਉਹ ਤੁਹਾਨੂੰ ਇੱਕ ਛੋਟਾ ਜਿਹਾ ਕਾਰਡ ਦਿੰਦੇ ਆ, ਉਹ 'ਚ ਉਹਨਾਂ ਨੇ ਲਿਖਿਆ ਹੁੰਦਾ ਵੀ ਫਸਟ ਡੋਜ਼ ਫਾਈਜ਼ਰ, ਡੇਟ ਪਾਈ ਹੁੰਦੀ ਆ ਤੇ ਉਹਦਾ ਬੈਚ ਨੰਬਰ ਲਿਖਿਆ ਹੁੰਦਾ। ਸੋ ਉਹ ਫਿਰ ਜਦੋਂ ਸੈਕਿੰਡ ਡੋਜ਼ ਦੀ ਵਾਰੀ ਆ, ਉਹ ਤੁਹਾਨੂੰ ਲੈ ਕੇ ਜਾਣਾ ਪੈਂਦਾ ਵੀ ਇੱਕ ਡੋਜ਼ ਲੱਗਾ, ਸੈਕਿੰਡ ਦੇ ਲਈ ਆਏ ਹੋ। ਹੁਣ ਜਦੋਂ ਬੌਨੀ ਹੈਨਰੀ ਜੀ ਨੇ ਡਿਸੀਜਨ ਲਿੱਤਾ ਪਰਸੋਂ ਵੀ ਅਸੀਂ ਸਾਰਿਆਂ ਨੂੰ ਇੱਕ ਡੋਜ਼ ਲਾ ਦੇਣੀ ਆ, 4 ਮਹੀਨੇ ਬਾਅਦ ਹੁਣ ਦੂਜਾ ਡੋਜ਼ ਲੱਗੂਗਾ, ਮੇਰੇ ਖਿਆਲ ਨਾਲ ਇਹ ਵਾਈਜ਼ ਡਿਸੀਜਨ ਆ। ਜਿਹੜਾ ਐਟ ਰਿਸਕ ਪੋਪੂਲੇਸ਼ਨ, ਉਹ ਸਾਡੇ ਬਜ਼ੁਰਗ ਹੀ ਆ। ਹੋ ਸਕਦਾ ਵੀ ਜਦੋਂ ਸਾਰਿਆਂ ਨੂੰ ਟੀਕੇ ਲੱਗ ਰਹੇ ਹੋਣ ਔਰ ਸਾਡੇ ਕੋਲ ਦੇਖੋ ਸਰਪਲਸ ਅਗਰ ਹੁੰਦੇ ਨਾ ਤੇ ਅਸੀਂ 2-2 ਟੀਕੇ ਲਾਉਣੇ ਸੀ 21 ਦਿਨਾਂ ਬਾਅਦ, ਲੇਕਿਨ ਟੀਕੇ ਇੰਨੇ ਹੈ ਨਹੀਂ। ਸੋ ਬੈਸਟ ਅਪਰੋਚ ਇਹੀ ਹੁੰਦਾ ਵੀ ਵੰਡ ਕੇ ਛਕਣ ਦਾ ਜਿਹੜਾ ਫਲਸਫਾ ਸਾਨੂੰ ਬਾਬੇ ਨਾਨਕ ਨੇ ਸਿਖਾਇਆ, ਵੀ ਆਪਾਂ ਅਗਰ ਥੋੜਾ ਹੈਗਾ ਤਾਂ ਉਹਨੂੰ ਵੰਡ ਕੇ ਛਕੀਏ। ਔਰ ਇਹ ਵੰਡ ਕੇ ਛਕਣ ਦਾ ਜਿਹੜਾ ਸੰਕਲਪ ਹੈਗਾ, ਸਾਇੰਟੀਫਿਕਲੀ ਵੀ ਪ੍ਰੂਵਨ ਹੈਗਾ ਵੀ ਅਸਰਦਾਰ ਹੈਗਾ ਇੱਕ ਡੋਜ਼। ਸੋ ਹੋ ਸਕਦਾ ਵੀ ਜਿਹੜੇ 80+ ਹੈਗੇ ਬਜ਼ੁਰਗ, ਉਹਨਾਂ ਨੂੰ ਛੇਤੀ 4 ਮਹੀਨੇ ਤੋਂ ਪਹਿਲਾਂ ਲਾ ਦਿੱਤਾ ਜਾਏ, ਬਟ ਇਟ ਆਲ ਡਿਪੈਂਡਸ ਵੀ ਕਿੰਨਾ ਸਾਡੇ ਕੋਲ ਸਟਾਕ ਹੈਗਾ। ਜੀ ਡਾਕਟਰ ਪੁਰਜੀ, ਜਿੱਦਾਂ ਵੰਡ ਕੇ ਛਕਣ ਵਾਲੀ ਤੁਸੀਂ ਗੱਲ ਕੀਤੀ, ਉਵੇਂ WHO ਵਾਲੇ ਵੀ ਇਹੀ ਕਹਿ ਰਹੇ ਆ ਕਿ ਅਮੀਰ ਦੇਸ਼ਾਂ ਨੂੰ ਜਿਹੜੇ ਪਹਿਲਾਂ ਵੈਕਸੀਨ ਲੱਗ ਰਹੀ ਹੈ, ਗਰੀਬ ਦੇਸ਼ਾਂ 'ਚ ਹੁਣ ਜਾਣ ਲੱਗ ਗਏ ਆ ਟੀਕੇ, ਪਰ ਫਿਰ ਵੀ ਉਨੀ ਮਾਤਰਾ ਦੇ ਵਿੱਚ ਜਿਹੜੀ ਇਹ ਵੈਕਸੀਨ ਨਹੀਂ ਪਹੁੰਚ ਰਹੀ। ਕਿ ਉਹਨਾਂ ਨੇ ਵਾਰ-ਵਾਰ ਅਪੀਲ ਕੀਤੀ ਹੈ ਦੂਜੀਆਂ ਕੰਟਰੀਜ਼ ਨੂੰ ਕਿ ਉਹਨਾਂ ਦੀ ਵੀ ਹੈਲਪ ਕੀਤੀ ਜਾਵੇ, ਜਿਹੜੇ ਕਿ ਬਹੁਤ ਗਰੀਬ ਕੰਟਰੀ ਆ, ਪੂਅਰ ਕੰਟਰੀਜ਼ ਨੇ। ਪਰ ਹੁਣ ਅਮਰੀਕਾ 'ਚ ਜਦੋਂ ਜਾਂਦੇ ਆ, ਡਿਵੈਲਪਡ ਕੰਟਰੀ ਹੈਗੀ ਆ, ਸਭ ਤੋਂ ਪਹਿਲੇ ਨੰਬਰ ਦੇ ਉੱਤੇ ਅਸੀਂ ਦੇਸ਼ ਦੀ ਗੱਲ ਕਰਦੇ ਹਾਂ, ਉੱਥੇ ਬਹੁਤ ਸਾਰੀਆਂ ਵੈਕਸੀਨਸ ਨੂੰ ਮਨਜ਼ੂਰੀ ਪਹਿਲਾਂ ਦੇ ਦਿੱਤੀ ਜਾਂਦੀ ਹੈ। FDA ਦੇ ਵੱਲੋਂ ਹੁਣ ਜੌਨਸਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਸਿੰਗਲ ਸ਼ਾਟ ਹੈਗਾ, ਤੇ ਅਸੀਂ ਵੀ ਹੁਣ ਹੈਲਥ ਕੈਨੇਡਾ ਵਾਲੇ ਵੀ ਉਹਨੂੰ ਸਟੱਡੀ ਕਰ ਰਹੇ ਆ ਤੇ ਛੇਤੀ ਉਹਨੂੰ ਵੀ ਅਪਰੂਵ ਜਿਹੜਾ ਕਰ ਦਿੱਤਾ ਜਾਊਗਾ। ਹੁਣ ਉਹ ਸਿੰਗਲ ਡੋਜ਼ ਜਿਹੜੀ ਆ ਉਹ ਕਿੰਨੇ ਕੁ % ਅਸਰਦਾਰ ਹੈ? ਜਿਹੜੀ ਨਾ ਸਟੱਡੀਜ਼ ਜੌਨਸਨ ਨੇ ਸਾਨੂੰ ਦੱਸੀਆਂ ਸੀ, ਪਹਿਲਾਂ ਦੇਖੋ ਜਿਹੜਾ ਨਾ ਐਸਟਰਾਜ਼ੈਨੇਕਾ, ਆਕਸਫੋਰਡ ਤੇ ਜੌਨਸਨ, ਇਹ ਸਟੋਰੇਜ ਦਾ ਮਸਲਾ ਨਹੀਂ ਹੈਗਾ, ਟਰਾਂਸਪੋਰਟੇਸ਼ਨ ਦਾ ਮਸਲਾ ਨਹੀਂ ਹੈਗਾ। ਇਹ ਰੈਗੂਲਰ ਫ੍ਰਿਜ 'ਚ ਵੀ ਆਪਾਂ ਰੱਖ ਸਕਦੇ ਆ ਔਰ ਟਰਾਂਸਪੋਰਟੇਸ਼ਨ ਬਹੁਤ ਈਜ਼ੀ ਹੁੰਦੀ ਆ। ਸੋ ਜਿਹੜੀ ਫਾਈਜ਼ਰ ਹੈ ਉਹ -70, -80, ਮੋਡਰਨਾ -20 ਦੇ ਲਾਗੇ ਚਾਗੇ, ਉਹ ਅਸੀਂ ਪਹਿਲੇ ਪ੍ਰੋਗਰਾਮ 'ਚ ਕਿਹਾ। ਜਿਹੜੀ ਫਾਈਜ਼ਰ ਦੀ ਜਿਹੜੀ ਵੈਕਸੀਨਸ ਹੈਗੀਆਂ, ਮੋਡਰਨਾ ਦੀ ਵੈਕਸੀਨਸ ਹੈਗੀਆਂ, ਉਹ ਪਹਿਲੋਂ ਆਈਆਂ ਔਰ ਹੌਲੀ ਹੈਲਥ ਕੈਨੇਡਾ ਦੂਜਿਆਂ ਨੂੰ ਅਪਰੂਵ ਕਰ ਰਹੀ ਆ। ਔਰ ਮੈਨੂੰ ਲੱਗਦਾ ਬੜੀ ਛੇਤੀ ਉਹਨਾਂ ਨੇ ਜੌਨਸਨ ਨੂੰ ਦੇਣਾ। ਉਹਨਾਂ ਦੀ ਰਿਸਰਚ ਸਟੱਡੀ 'ਚ ਕੀਤਾ ਸੀ ਵੀ ਮਿਨੀਮਮ 66% ਆ, ਲੇਕਿਨ ਜਿਹੜਾ ਸੀਵੀਅਰ ਇਨਫੈਕਸ਼ਨ ਹੁੰਦਾ, ਜਿਹੜਾ ਤੁਹਾਨੂੰ ਹਸਪੀਟਲ ਭੇਜਦਾ, ਉਹਦੇ ਵਿੱਚ 80% ਤੋਂ ਜ਼ਿਆਦਾ ਉਹ ਅਸਰਦਾਰ ਹੋ ਸਕਦੀ ਹੈ। ਸੋ ਇਸ ਲਈ ਉਹਨੂੰ ਅਮਰੀਕਾ 'ਚ ਰੋਲ ਆਊਟ ਕੀਤਾ ਗਿਆ। ਆਕਸਫੋਰਡ ਨਾਲੋਂ ਪਹਿਲਾਂ ਉਹਨਾਂ ਨੂੰ ਰੋਲ ਆਊਟ ਕਰ ਦਿੱਤਾ। ਉੱਥੇ ਆਕਸਫੋਰਡ ਅਜੇ ਤੱਕ ਨਹੀਂ ਹੈਗੀ ਅਮਰੀਕਾ 'ਚ, ਫਾਈਜ਼ਰ, ਮੋਡਰਨਾ ਤੇ ਜੌਨਸਨ। ਸੋ ਸਾਡੇ ਇੱਥੇ ਵੀ ਇਹ ਹੋਊਗਾ। ਸੋ ਉਹ ਇੱਕ ਡੋਜ਼ ਦੇ ਨਾਲ ਹੀ ਜਿਹੜਾ ਹੈਗਾ, ਦੇਖੋ ਅਲਟੀਮੇਟਲੀ ਅਸੀਂ ਚਾਹੁੰਦੇ ਹਾਂ ਵੀ ਸਾਰਿਆਂ ਨੂੰ ਇਮਿਊਨਿਟੀ ਬਣੇ, 70% ਬਣੇ, 80 ਬਣੇ, 90%। ਹਰ ਇੱਕ ਦਾ ਇਮਿਊਨ ਸਿਸਟਮ ਅਲੱਗ ਆ। 7.8 ਬਿਲੀਅਨ ਲੋਕ ਹੈਗੇ, ਸਾਰਿਆਂ ਦਾ ਇਮਿਊਨ ਸਿਸਟਮ, ਕਿਸੇ ਦੀ 62 ਬਣਨੀ ਹੈ, ਕਿਸੇ ਦੀ 70 ਬਣਨੀ ਹੈ, ਕਿਸੇ ਦੀ 75, ਲੇਕਿਨ ਇਮਿਊਨਿਟੀ ਬਣਦੀ ਆ। ਸੋ ਮਕਸਦ ਇਹ ਆ ਵੀ ਉਹਨਾਂ ਨੂੰ ਇਮਿਊਨਿਟੀ ਮਿਲੇ
ਤਾਂ ਕਿ ਜਿਹੜੀ ਕੋਵਿਡ ਦੀ ਮਹਾਮਾਰੀ ਦਾ ਜਿਹੜਾ ਪੈਂਡੇਮਿਕ ਹੈ ਉਹਨੂੰ ਥੱਲੇ ਲੈ ਕੇ ਆਇਆ ਜਾ ਸਕੇ। ਜੀ ਡਾਕਟਰ ਗੁਰਜੀਤ, ਜਿਵੇਂ ਹੁਣ ਕਿਹਾ ਕਿ ਵੈਕਸੀਨ ਲੱਗ ਰਹੀ ਹੈ ਪਰ ਕੋਵਿਡ ਦੇ ਜਿਹੜੇ ਕੇਸ ਆ ਉਹ ਵੀ ਘਟ ਰਹੇ ਨੇ। ਅਸੀਂ ਦੇਖਿਆ ਕਿ ਜਦੋਂ ਵੀ ਰਿਪੋਰਟ ਆਉਂਦੀ ਹੈ ਲਗਭਗ ਹਰ ਪ੍ਰੋਵਿੰਸ ਐਵਰੀਡੇ ਸਾਨੂੰ ਬਰੀਫਿੰਗ ਦਿੰਦਾ ਹੈ ਕਿ ਕੀ ਕੁਝ ਹੋ ਰਿਹਾ ਉਹਨਾਂ ਦੀ ਪ੍ਰੋਵਿੰਸ ਦੇ ਵਿੱਚ, ਕਿੱਥੇ ਲਾਕਡਾਊਨ ਹੈ, ਕਿੱਥੇ ਈਜ਼ ਡਾਊਨ ਕਰ ਦਿੱਤਾ ਗਿਆ, ਕਿੱਥੇ ਤੁਸੀਂ ਜਿਹੜਾ ਹੈ ਉਹ ਜਿਮ ਜਾ ਸਕਦੇ ਹੋ, ਲਾਇਬ੍ਰੇਰੀਜ਼ ਜਾ ਸਕਦੇ ਹੋ, ਕਿੱਥੇ ਨਹੀਂ ਜਾ ਸਕਦੇ। ਸੋ ਅਸੀਂ ਹਰ ਤਰ੍ਹਾਂ ਦੀ ਜਿਹੜੀ ਨਜ਼ਰ ਰੱਖ ਰਹੇ ਹਾਂ। ਪਰ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਕੈਨੇਡਾ ਦੇ ਵਿੱਚ ਵੇਰੀਐਂਟ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ। ਸਾਡੇ BC ਦੇ ਵਿੱਚ ਵੀ 180 ਪਲੱਸ ਜਿਹੜੇ ਵੇਰੀਐਂਟ ਆ ਉਹ ਇੱਥੇ ਜਿਹੜੇ ਰਿਪੋਰਟ ਕਰ ਦਿੱਤੇ ਗਏ ਨੇ। ਹੁਣ ਵੇਰੀਐਂਟ ਵੱਧ ਰਹੇ ਨੇ। ਡਾਕਟਰ ਤਰੀਜ਼ਾ ਟੈਮ ਨੇ ਵੀ ਕਿਹਾ ਕਿ ਇਹ ਕੰਸਰਨਿੰਗ ਪੁਆਇੰਟ ਹੋ ਸਕਦਾ ਹੈ। ਇਹ ਕਿੰਨਾ ਕੁ ਖਤਰਨਾਕ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ? ਤੁਸੀਂ ਦੇਖੋ, ਜਦੋਂ ਆਪਾਂ ਵੇਰੀਐਂਟ ਦੀ ਗੱਲ ਕੀਤੀ ਸੀ, ਜਿਹੜਾ P117 ਬ੍ਰਿਟਿਸ਼ ਵੇਰੀਐਂਟ ਸੀ, ਉਹ ਸੈਪਟੈਂਬਰ 'ਚ ਉੱਕਾ ਪੁੱਕਾ ਕੇਸਿਸ ਕੈਂਟ ਦੇ ਵਿੱਚ ਪਾਏ ਗਏ ਤੇ ਦਸੰਬਰ 'ਚ ਉਹਨੇ ਹਾਹਾਕਾਰ ਮਚਾਈ ਹੋਈ ਸੀ। 70% ਕੋਵਿਡ ਪੋਜ਼ਿਟਿਵ ਉਸ ਵੇਰੀਐਂਟ ਦੇ ਸੀ। ਹੁਣ ਇੱਥੇ ਲਗਾਤਾਰ 100 ਤੋਂ ਜ਼ਿਆਦਾ ਕੇਸਿਸ ਅਲੱਗ-ਅਲੱਗ ਵੇਰੀਐਂਟ ਦੇ ਹੋ ਗਏ ਆ। ਮੇਰੀ ਮੁਰਾਦ ਹੈਗੀ ਆ ਵੀ ਜਿਹੜਾ ਬ੍ਰਿਟਿਸ਼ ਦਾ, ਸਾਊਥ ਅਫਰੀਕਾ ਦਾ ਹੈਗਾ, ਹੋਰ ਵੀ ਇੱਕ ਦੋ ਕੰਟਰੀ ਦੇ ਨਾਂ ਹੁੰਦੇ ਆ। ਬਟ ਇਹਦੇ ਵਿੱਚ ਇਹ ਹੈਗੇ ਵੀ ਇਹ ਜਿਹੜੇ ਟੀਕੇ ਹੈਗੇ ਆ ਉਹ ਵੇਰੀਐਂਟਸ ਦੇ ਅਗੇਂਸਟ ਵੀ ਅਸਰਦਾਰ ਹੈਗੇ ਆ। ਔਰ ਖਾਸ ਕਰਕੇ ਜਿਹੜੇ ਫਾਈਜ਼ਰ ਔਰ ਮੋਡਰਨਾ, ਉਹ ਕਹਿੰਦੇ ਵੀ ਬ੍ਰਿਟਿਸ਼ ਦੇ ਅਗੇਂਸਟ 80% ਤੇ ਸਾਊਥ ਅਫਰੀਕਨ ਦੇ 60% ਅਜੇ ਵੀ ਉਹ ਟੈਕਲ ਕਰ ਲੈਂਦੇ ਆ, ਕਿਉਂਕਿ ਜਿਹੜੇ ਇਹਦਾ ਕੋਡਿੰਗ ਹੁੰਦੀ ਆ ਉਹ ਮਾੜਾ ਜਿਹਾ ਚੇਂਜ ਤਾਂ ਕੀਤਾ ਵੇਰੀਐਂਟ ਨੇ, ਲੇਕਿਨ ਉਹਦੇ ਕੁਛ ਨਾ ਕੁਛ ਪੈਮਾਨੇ ਵੈਕਸੀਨ 'ਚ ਹੈਗੇ ਆ। ਇੱਕ ਆਕਸਫੋਰਡ ਦੀ ਸਟੱਡੀ ਜਿਹੜੀ ਸਾਊਥ ਅਫਰੀਕਾ ਤੋਂ ਆਈ ਸੀ, ਕਿਉਂਕਿ ਹਰ ਇੱਕ ਕੰਟਰੀ 'ਚ ਵੇਰੀਐਂਟ ਅਲੱਗ-ਅਲੱਗ ਨੇ, ਉੱਥੇ ਸਾਊਥ ਅਫਰੀਕਨ ਵੇਰੀਐਂਟ ਜ਼ਿਆਦਾ। ਉੱਥੇ ਉਹਨਾਂ ਨੇ ਦੇਖਿਆ ਸੀ ਵੀ ਜਿਹੜੀ ਆਕਸਫੋਰਡ ਵਾਲੀ ਵੈਕਸੀਨ ਹੈ ਉਹਨਾਂ ਦੇ ਵੇਰੀਐਂਟ ਦੇ ਉੱਤੇ ਇੰਨੀ ਅਸਰਦਾਰ ਨਹੀਂ ਰਹਿੰਦੀ। ਸੋ ਹਰ ਕੰਟਰੀ ਦਾ ਵੱਖ-ਵੱਖ ਰਿਸਰਚ ਪੈਮਾਨਾ, ਲੇਕਿਨ ਸਾਡੇ ਇੱਥੇ ਸਾਊਥ ਅਫਰੀਕਨ ਵੇਰੀਐਂਟ ਬਹੁਤ ਘੱਟ ਆ, ਜ਼ਿਆਦਾ ਬ੍ਰਿਟਿਸ਼ ਵੇਰੀਐਂਟ ਆ। ਔਰ ਜਿਹੜੀ ਆਕਸਫੋਰਡ ਵਾਲੀ ਆ, ਫਾਈਜ਼ਰ ਔਰ ਮੋਡਰਨਾ, ਉਹਦੇ ਉੱਤੇ ਹੈਂਡਲ ਕਰਦੀ ਹੈ। ਲੇਕਿਨ ਸਾਨੂੰ ਸਾਵਧਾਨੀ ਫਿਰ ਵੀ ਵਰਤਣੀ ਪੈਣੀ ਹੈ। ਟਰੈਵਲਿੰਗ ਬੰਦ ਕਰੋ, ਆਪਾਂ ਨਾ ਮਿਲੀਏ ਜੁਲੀਏ। ਹੁਣ ਮੈਨੂੰ ਪਤਾ ਲੋਕਾਂ ਨੇ ਵਿਆਹ ਸ਼ਾਦੀਆਂ ਬੁੱਕ ਕੀਤੀਆਂ, ਦੇਖੋ ਪਲੀਜ਼ ਅਗਰ ਤੁਸੀਂ ਕੀਤੀਆਂ ਨਹੀਂ ਕੈਂਸਲ ਕਰ ਸਕਦੇ ਤੇ ਉਹ ਤੁਹਾਨੂੰ ਗਿਣਤੀ ਬਹੁਤ ਲਿਮਿਟਡ ਰੱਖਣੀ ਪੈਣੀ ਹੈ, ਜਿਹੜੀ ਡਾਕਟਰ ਬੋਨੀ ਹੈਨਰੀ ਕਹਿੰਦੇ, ਮੇਰੇ ਖਿਆਲ ਨਾਲ 10 ਤੋਂ ਘੱਟ। ਬਾਕੀ ਇਹ ਖੁੱਲਣਾ ਨਹੀਂ ਜੋ ਅਗਲੇ ਸਾਲ ਵੈਡਿੰਗਸ ਵਗੈਰਾ ਜਿਹੜੀਆਂ ਹੈਗੀਆਂ ਥੋੜੀ ਬਹੁਤ ਖੁੱਲਣਗੀਆਂ। ਇਸ ਸਾਲ ਜਦ ਤੱਕ ਇਹ ਠੰਡਵਾੜਾ ਨਹੀਂ ਪੈਂਦਾ ਇਹ ਚੀਜ਼ਾਂ ਨਹੀਂ ਅਸੀਂ ਕਰ ਸਕਦੇ। ਜੋ ਅਸੀਂ ਹੁਣ ਇਖਤਿਆਰ ਕਰ ਰਹੇ ਹਾਂ, ਹੈਂਡ ਵਾਸ਼ਿੰਗ, ਮਾਸਕ ਪਾਉਣਾ, ਫਿਜ਼ੀਕਲ ਡਿਸਟੈਂਸ ਰੱਖਣਾ, ਟਰੈਵਲਿੰਗ ਨਹੀਂ ਕਰਨੀ, ਇਹ ਸਾਰੇ ਸਾਨੂੰ ਜਾਰੀ ਰੱਖਣਾ ਪੈਣਾ ਐਂਡ ਆਫ ਦਿਸ ਈਅਰ, ਮੇਬੀ ਮਿਡਲ ਆਫ ਨੈਕਸਟ ਈਅਰ ਤੱਕ। ਜੀ ਡਾਕਟਰ ਗੁਰਜੀਤ, ਜਿੱਦਾਂ ਹੁਣ ਵੇਰੀਐਂਟ ਦੀ ਗੱਲ ਕੀਤੀ ਹੈ ਕਿ ਕੁਝ ਜਿਵੇਂ ਐਸਟਰਾਜ਼ੈਨੇਕਾ ਜਿਹੜੀ ਤੁਸੀਂ ਆਕਸਫੋਰਡ ਦੀ ਕਹੀ ਹੈ ਕਿ ਇੰਨੀ ਜ਼ਿਆਦਾ ਅਸਰਦਾਰ ਨਹੀਂ ਹੈਗੀ ਜਿੰਨੀ ਫਾਈਜ਼ਰ ਤੇ ਮੋਡਰਨਾ ਦੀ ਹੈ, ਪਰ ਨਾਲ ਕਹਿੰਦੇ ਬੂਸਟਰ ਸ਼ਾਟ ਵੀ ਤਿਆਰ ਕੀਤੇ ਜਾ ਰਹੇ ਆ। ਹਾਂਜੀ, ਕਿਉਂਕਿ ਆਲਰੇਡੀ ਜਿਹੜੇ ਵੇਰੀਐਂਟਸ ਆ ਇਹਦੇ ਅਗੇਂਸਟ ਨਵੀਆਂ ਮੋਡੀਫਾਈਡ ਵੈਕਸੀਨਸ ਬਣਾਈਆਂ ਜਾ ਰਹੀਆਂ, ਔਰ ਸਾਨੂੰ ਇਹ ਨਹੀਂ ਪਤਾ ਵੀ ਇਹ ਵੇਰੀਐਂਟਸ ਰਹਿਣਗੇ ਬਹੁਤ ਲੰਬੇ ਅਰਸੇ ਤੱਕ ਕਿ ਡਾਈ ਡਾਊਨ ਹੋ ਜਾਣਗੇ। ਸੋ ਇਸ ਲਈ ਜੋ ਵੇਰੀਐਂਟਸ ਬਣ ਰਹੇ ਤਿਉਂ ਤੋਂ ਸਾਇੰਟਿਸਟ ਉਹਨਾਂ ਦੇ ਅਗੇਂਸਟ ਡਿਫਰੈਂਟ ਬੂਸਟਰਸ ਵੀ ਬਣਾ ਰਹੇ ਆ, ਤਾਂ ਕਿ ਅਸੀਂ ਪ੍ਰੀਪੇਅਰਡ ਰਹੀਏ, ਅਸੀਂ ਏਦਾਂ ਨਾ ਰਹੀਏ ਵੀ ਫਿਰ ਇੱਕ ਵੱਡੇ ਮਤਲਬ ਐਕਸਪਲੋਜ਼ਨ 'ਚ ਚਲੇ ਜਾਈਏ ਵੀ ਥਰਡ ਵੇਵ ਜਿਹੜੀ ਹੈਗੀ ਆ ਸੈਕਿੰਡ ਤੋਂ ਵੀ ਜ਼ਿਆਦਾ ਐਕਸਪਲੋਜ਼ਨ ਹੋ। ਦੇਖੋ ਫਸਟ ਵੇਵ ਇੰਨੀ ਜ਼ਿਆਦਾ ਐਕਸਪਲੋਸਿਵ ਨਹੀਂ ਸੀ, ਸੈਕਿੰਡ ਵੇਵ ਦੇਖੋ ਕਿੰਨੀ ਉੱਤੇ ਗਈ ਆ, ਹੁਣ ਥੋੜੀ ਜਿਹੀ ਥੱਲੇ ਆ ਰਹੀ ਹੈ ਪਿਛਲੇ ਕਰੀਬਨ 8 ਹਫ਼ਤੇ ਤੋਂ। ਅਸੀਂ ਨਹੀਂ ਚਾਹੁੰਦੇ ਵੀ ਅਸੀਂ ਥਰਡ ਵੇਵ 'ਚ ਜਾਈਏ। ਥਰਡ ਵੇਵ ਹੋਈ ਤਾਂ ਵੇਰੀਐਂਟਸ ਦੀ ਹੀ ਹੋਊਗੀ, ਲੇਕਿਨ ਉਸ ਤੋਂ ਪਹਿਲਾਂ ਅਗਰ ਅਸੀਂ ਥੋੜੀ ਬਹੁਤ ਵੀ ਇਮਿਊਨਿਟੀ ਦੇ ਦਿੰਦੇ ਟੀਕਿਆਂ ਦੇ ਨਾਲ ਤੇ ਉਹਦਾ ਦਰ ਘਟ ਸਕਦਾ। ਜੀ, ਤੇ ਬੂਸਟਰ ਸ਼ਾਟ ਜਿਹੜੇ ਦੀ ਤੁਸੀਂ ਗੱਲ ਕਰ ਰਹੇ ਆ, ਉਹ ਬੂਸਟਰ ਸ਼ਾਟ ਜਿਹੜਾ ਕੋਵਿਡ ਹੈ ਉਹਦੇ ਇੰਜੈਕਸ਼ਨ ਦੇ ਨਾਲ ਲਗਾਏ ਜਾਣਗੇ, ਅਲੱਗ ਤੋਂ ਲਗਾਏ ਜਾਣਗੇ? ਇਹ ਵੀ ਸਟੱਡੀ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗੀ। ਬਿਲਕੁਲ ਅੰਡਰ ਇਨਵੈਸਟੀਗੇਸ਼ਨ ਹੈਗਾ। ਸੋ ਇਹ ਜਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ, ਹੁਣ ਦੇਖੋ ਅੱਜ ਅਸੀਂ ਪ੍ਰੋਗਰਾਮ ਕਰ ਰਹੇ, ਸਾਨੂੰ ਇਹ ਨਹੀਂ ਪਤਾ ਵੀ ਕੱਲ ਸਾਰਿਆਂ ਨੂੰ ਅਗਲੇ ਸਾਲ ਫੇਰ ਇੱਕ ਡੋਜ਼ ਲਾਉਣਾ ਪਵੇ, ਹੈ ਨਾ, ਜਿੱਦਾਂ ਆਪਾਂ ਫਲੂ ਦਾ ਸ਼ਾਟ ਹਰ ਸਾਲ ਲਾਉਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਡਿਪੈਂਡ ਕਰਦੀਆਂ ਸਟੱਡੀਜ਼ ਦੇ ਉੱਤੇ ਵੀ ਕਿੰਨੇ ਅਰਸੇ ਤੱਕ ਸਾਡੀ ਐਂਟੀਬਾਡੀਜ਼ ਰਹਿੰਦੀ ਆ। B ਸੈੱਲ ਜਿਹੜੇ ਹੁੰਦੇ ਸਾਡੇ ਫਰੰਟ ਲਾਈਨ ਫੌਜੀ ਹੁੰਦੇ ਆ, ਤੇ T ਸੈੱਲ ਜਿਹੜੇ ਪਿੱਛੋਂ ਦੀ ਉਹਨਾਂ ਨੂੰ ਸਿਗਨਲ ਦਿੰਦੇ ਆ, ਤੇ ਦੋਵੇਂ ਚਾਹੀਦੇ ਆ। ਸੋ ਫਾਰ ਜਿਹੜੀ ਸਟੱਡੀਜ਼ ਤਾਂ ਸ਼ੋ ਕਰ ਰਹੀਆਂ ਵੀ 6 ਮਹੀਨੇ 9 ਮਹੀਨੇ ਵੀ ਹੋ ਗਏ ਕਈਆਂ ਨੂੰ, ਮਤਲਬ ਸਟੱਡੀਜ਼ 'ਚ ਗਏ ਹੁਣ ਵੀ ਤੁਹਾਡੀ ਐਂਟੀਬਾਡੀਜ਼ ਰਹਿੰਦੀਆਂ, ਲੇਕਿਨ ਕੀ ਇਹ ਡ੍ਰੌਪ ਹੋਣਗੀਆਂ? ਨੋਬਡੀ ਨੋ। ਸੋ ਰਿਸਰਚ ਸਾਨੂੰ ਸ਼ੋ ਕਰੂਗਾ ਵੀ ਅਗਲੇ ਸਿਆਲਾਂ 'ਚ ਸਾਨੂੰ ਜਾਂ ਅਗਲੇ ਪਤਝੜ 'ਚ ਕੀ ਪਤਾ ਇੱਕ ਵਾਰੀ ਫੇਰ ਟੀਕਾ ਲਾਉਣਾ ਪਏ। ਉਦੋਂ ਤੱਕ ਸਮਰ ਦੇ ਐਂਡ ਤੱਕ ਬਹੁਤ ਸਾਰੇ ਕੈਨੇਡੀਅਨ ਨੂੰ ਟੀਕੇ ਲੱਗ ਚੁੱਕੇ ਹੋਣਗੇ।
WHO ਨੇ ਵੀ ਕਿਹਾ ਹੈ ਕਿ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਜੇ ਟੀਕੇ ਲੱਗ ਰਹੇ ਨੇ ਤਾਂ ਸਾਨੂੰ ਇਹ ਵੇਰੀਐਂਟ ਹੈ ਜਾਂ ਇਹ ਕੋਵਿਡ ਹੈ ਜਿਹੜਾ ਚਲਾ ਗਿਆ ਆ ਸਾਲ ਤਾਂ ਸਾਨੂੰ ਬਿਲਕੁਲ ਵੀ ਉਮੀਦ ਨਹੀਂ ਕਰਨੀ ਚਾਹੀਦੀ ਤੇ ਆਉਣ ਵਾਲੇ ਵੀ ਕਈ ਸਾਲ ਜਿਹੜੇ ਆ ਉਹ ਲੱਗ ਸਕਦੇ ਆ। ਸੋ WHO ਨੇ ਆਲਰੇਡੀ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਜਿੱਥੇ ਜਿੱਥੇ ਕੋਵਿਡ ਵੱਧ ਰਿਹਾ ਉੱਥੇ ਉੱਥੇ ਉਹ ਕਹਿੰਦੇ ਇਹੀ ਕਾਰਨ ਹੈ ਕਿ ਉੱਥੇ ਰਿਸਟ੍ਰਿਕਸ਼ਨਸ ਢਿੱਲ ਦਿੱਤੀ ਜਾ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਰਿਸਟ੍ਰਿਕਸ਼ਨਸ ਲੱਗੀਆਂ ਨੇ ਉਹ ਇਸ ਸਾਲ ਜਦੋਂ ਹੁਣ ਕੈਨੇਡਾ ਦੇ ਵਿੱਚ ਸੈਪਟੈਂਬਰ ਤੱਕ ਚਲੋ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਾਰੇ ਟੀਕੇ ਲੱਗ ਜਾਣਗੇ ਕਿ ਉਦੋਂ ਤੱਕ ਰਹਿਣਗੀਆਂ ਜਾਂ ਆਉਣ ਵਾਲੇ ਸਾਲ ਦੇ ਵਿੱਚ ਵੀ ਰਹਿਣਗੀਆਂ? ਦੇਖੋ ਜਿਹੜਾ ਟੀਕਾ ਲੱਗਣਾ ਉਹ ਇੱਕ ਐਸਪੈਕਟ ਹੈ, ਪਜ਼ਲ ਸੋਲਵ ਕਰਦੇ ਨਾ, ਉਹਦਾ ਇੱਕ ਪੈਮਾਨਾ ਹੈ ਨਾ। ਦੂਜਾ ਪੈਮਾਨਾ ਹੈਗਾ ਨੰਬਰਸ। ਅਗਰ ਤੁਹਾਡੇ ਨੰਬਰਸ ਨਹੀਂ ਡਿਕਰੀਜ਼ ਹੋ ਰਹੇ, ਟੀਕੇ ਲੱਗੇ ਹੋਏ ਸਾਰਿਆਂ ਨੂੰ, ਕੁਛ ਨਾ ਕੁਛ ਸਮਥਿੰਗ ਇਜ਼ ਰੋਂਗ। ਸੋ ਉਹ ਜਦ ਤੱਕ ਉਹ ਟੈਕਲ ਨਹੀਂ ਕਰਦੇ, ਨੰਬਰਸ ਥੱਲੇ ਨੂੰ ਨਹੀਂ ਆਉਂਦੇ, ਹਸਪੀਟਲ ਐਡਮਿਸ਼ਨਸ ਨਹੀਂ ਘਟਦੀਆਂ, ਆਈਸੀਯੂ ਐਡਮਿਸ਼ਨ ਨਹੀਂ ਘਟਦੀਆਂ, ਡੈਥ ਨਹੀਂ ਘਟਦੀਆਂ, ਤਦ ਤੱਕ ਕੋਈ ਵੀ ਰਿਸਟ੍ਰਿਕਸ਼ਨ ਜਿਹੜੀ ਹੈਗੀ ਉਹ ਲਿਫਟ ਨਹੀਂ ਕੀਤੀ ਜਾਊਗੀ, ਜਿਹੜੇ ਐਮਰਜੈਂਸੀ ਮੈਜਰਸ ਹੈਗੇ ਆ। ਔਰ ਮੈਂ ਨਿਰਾਸ਼ਾਵਾਦੀ ਨਹੀਂ ਹਾਂ, ਮੈਂ ਆਸ਼ਾਵਾਦੀ ਹਾਂ, ਲੇਕਿਨ ਸਾਨੂੰ ਰੀਅਲਿਸਟਿਕ ਰਹਿਣਾ ਚਾਹੀਦਾ ਵੀ ਇਸ ਸਾਲ ਦੇ ਐਂਡ ਤੱਕ ਕੋਈ ਵੀ ਰਿਸਟ੍ਰਿਕਸ਼ਨ ਲਿਫਟ ਨਹੀਂ ਜੋ ਹੋਣੀ, ਕਿਉਂਕਿ ਇਹ ਬਹੁਤ ਹੀ ਇਸ਼ੂ ਜਿਹੜਾ ਹੈਗਾ ਗੰਭੀਰ ਹੈਗਾ ਔਰ ਸਾਨੂੰ ਇਹਦੇ ਨਾਲ ਰਲ ਕੇ ਡੀਲ ਕਰਨਾ ਪੈਣਾ। ਉਹ ਜਿਹੜਾ ਮਾਸਕ ਅਸੀਂ ਪਾਉਂਦੇ ਆ, ਫਿਜ਼ੀਕਲ ਡਿਸਟੈਂਸ ਰੱਖਦੇ ਆ, ਜਿਹੜਾ ਹੁਣ ਅਸੀਂ ਜੀ ਰਹੇ ਹਾਂ, ਹੋ ਸਕਦਾ ਸਾਲ 2 ਸਾਲ 3 ਸਾਲ ਵੀ ਸਾਨੂੰ ਇਹ ਕਰਨਾ ਪਏ ਜਦ ਤੱਕ ਇਹ ਪੂਰੇ ਵਰਲਡ ਦੇ ਵਿੱਚ ਕਾਮ ਡਾਊਨ ਨਹੀਂ ਹੁੰਦਾ। ਔਰ ਇਹਦੀ ਜਿਹੜੀ ਹੈਗੀ ਆ ਸਾਰੇ ਹੀ ਹੈਲਥ ਜੁਰਿਸਡਿਕਸ਼ਨ, ਸਾਰੇ ਪ੍ਰੋਵਿੰਸ, ਸਾਰੇ ਟੈਰੀਟਰੀਜ਼ ਔਰ ਪੂਰਾ ਵਰਲਡ ਸਾਂਝੇ ਤੌਰ ਤੇ ਰਲ ਮਿਲ ਕੇ WHO ਦੇ ਬੈਨਰ ਥੱਲੇ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਤੁਸੀਂ ਆਸ਼ਾਵਾਦੀ ਹੋ, ਨਿਰਾਸ਼ਾਵਾਦੀ ਨਹੀਂ, ਪਰ ਨਿਰਾਸ਼ਾ ਤਾਂ ਸਾਨੂੰ ਹੋਈ ਆ ਕੋਵਿਡ ਨੂੰ ਲੈ ਕੇ ਕਿ ਅਸੀਂ ਬਹੁਤ ਸਾਰੇ ਫੰਕਸ਼ਨਸ ਮਿਸ ਕੀਤੇ ਨੇ, ਬਹੁਤ ਸਾਰੀਆਂ ਪਾਰਟੀਜ਼ ਮਿਸ ਕੀਤੀਆਂ ਨੇ। ਨਾਲ ਪਾਰਟੀਜ਼ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਆਪਣਿਆਂ ਦੇ ਜਦੋਂ ਕਿਸੇ ਦੇ ਘਰ 'ਚ ਮੌਤ ਹੋ ਜਾਂਦੀ ਹੈ ਉਹਨੂੰ ਤੁਸੀਂ ਨਹੀਂ ਜਾ ਕੇ ਦੇਖ ਸਕਦੇ, ਆਖਰੀ ਦਰਸ਼ਨ ਨਹੀਂ ਕਰ ਸਕਦੇ, ਫਿਰ ਤੁਸੀਂ ਆਪਣੇ ਬਜ਼ੁਰਗਾਂ ਨੂੰ ਨਹੀਂ ਮਿਲ ਸਕਦੇ। ਸੋ ਕੇਅਰ ਹੋਮ ਦੇ ਵਿੱਚ BC ਦੇ ਵਿੱਚ ਕਿਹਾ ਕਿ ਛੇਤੀ ਤੁਹਾਨੂੰ ਮਿਲਣ ਦੀ ਇਜਾਜ਼ਤ ਜਿਹੜੀ ਦਿੱਤੀ ਜਾਊਗੀ, ਪਰ ਹਜੇ ਦੱਸਿਆ ਨਹੀਂ ਗਿਆ ਕਦੋਂ। ਪਰ ਉਹਨਾਂ ਨੇ ਕਿਹਾ ਕਿ ਤੁਸੀਂ ਸਮਰ ਤੱਕ ਤਾਂ ਇਹ ਨਾ ਉਡੀਕੋ ਕਿ ਤੁਹਾਨੂੰ ਜਿਹੜੀ ਹੈ ਇਹ ਖੁੱਲ੍ਹ ਮਿਲੂਗੀ ਜਾਂ ਨਹੀਂ ਮਿਲੂਗੀ। ਸੋ ਇਹ ਨਿਰਾਸ਼ਾ ਹੋਈ ਹੈ, ਪਰ ਪੋਜ਼ਿਟਿਵ ਮੈਸੇਜ ਜਦੋਂ ਤੁਹਾਡਾ ਮਿਲ ਜਾਂਦਾ ਤਾਂ ਸਾਨੂੰ ਥੋੜੀ ਜਿਹੀ ਜਿਹੜੀ ਆਸ ਦੀ ਉਮੀਦ ਹੈ ਜਿਹੜੀ ਉਹ ਹੋਰ ਜਾਗ ਜਾਂਦੀ ਹੈ। ਕੀ ਮੈਸੇਜ ਅੱਜ ਦੇ ਲਈ? ਦੇਖੋ ਗੱਲ ਏਦਾਂ ਵੀ ਦੁੱਖ ਦੀ ਘੜੀ ਵੀ ਆਉਂਦੀ ਆ ਤੇ ਉਹਦੇ ਬਾਅਦ ਸੁੱਖ ਵੀ ਹਮੇਸ਼ਾ ਆਉਂਦਾ ਹੈ ਨਾ। ਸੋ ਸੁੱਖ ਦੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨਕ। ਜਿੱਦਾਂ ਤੁਸੀਂ ਅੱਜ ਡਿਫਰੈਂਟ ਕੱਪੜੇ ਪਾਏ ਆ, ਕੱਲ ਨੂੰ ਡਿਫਰੈਂਟ ਪਾਓਗੇ, ਮੈਂ ਅੱਜ ਡਿਫਰੈਂਟ ਪਾਇਆ, ਪਿਛਲੇ ਹਫ਼ਤੇ ਡਿਫਰੈਂਟ ਸੀ, ਉਹਦਾ ਸੁੱਖ ਦੁੱਖ ਦੋਨੋਂ ਚੱਲਦੇ ਰਹਿੰਦੇ ਆ ਨਾ ਜੀ। ਮਹਾਰਾਜ ਕਹਿੰਦੇ ਆ ਸੁੱਖ ਦੁੱਖ ਦੋਨੋਂ ਸਮਕਰ ਜਾਣੇ, ਦੋਵਾਂ ਨੂੰ ਇਕੁਅਲੀ ਤੁਸੀਂ ਟ੍ਰੀਟ ਕਰੋ ਹੈ ਨਾ। ਤੁਸੀਂ ਨਾ ਸੁੱਖ ਦੇ ਵਿੱਚ ਜ਼ਿਆਦਾ ਉੱਪਰ ਛਲਾਂਗਾ ਮਾਰੋ ਤੇ ਨਾ ਦੁੱਖ ਦੇ ਵਿੱਚ ਥੱਲੇ ਚਲੇ ਜਾਓ ਡਿਪਰੈਸ਼ਨ 'ਚ। ਤੇ ਜਿਹੜੇ 9ਵੇਂ ਨਾਨਕ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ, ਉਹ ਕਹਿੰਦੇ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਵੀ ਦੁੱਖ ਆ ਗਿਆ ਉਹਨੂੰ ਦੁੱਖ ਮੰਨਦਾ ਨਹੀਂ ਹੈ। ਸੁੱਖ ਸਨੈ ਔਰ ਭੈ ਨਹੀਂ ਜਾ ਕੇ, ਵੀ ਜਦੋਂ ਸੁੱਖ ਆ ਉਹ ਵੀ ਉਹਨੂੰ ਅਫੈਕਟ ਨਹੀਂ ਕਰਦੇ। ਕੰਚਨ ਮਾਟੀ ਮਾਨੇ, ਜਿਹੜਾ ਸੋਨਾ ਉਹਨੂੰ ਮਿੱਟੀ ਅੰਦਰ ਜਿਹੜਾ ਹੈਗਾ ਉਹ ਤੁਲਨਾ ਕਰਦਾ। ਨਾ ਉਸਤਤ ਨਾ ਨਿੰਦਿਆ ਜਾ ਕੇ, ਹਰਕ ਸੋਕ ਤੇ ਨਿਆਰਾ। ਨਾ ਉਹਨੂੰ ਉਸਤਤ ਜਿਹੜੀ ਹੈਗੀ ਆ ਉਹਨੂੰ ਸ਼ੇਖ ਚਿੱਲੀ ਵਾਂਗਰ ਉੱਤੇ ਚੜਾਉਂਦੀ ਹੈ, ਨਾ ਉਹਨੂੰ ਨਿੰਦਾ ਥੱਲੇ ਕਰਦੀ ਹੈ। ਇਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਆਪਣੇ ਮਨ ਦੇ ਉੱਤੇ ਕੰਟਰੋਲ ਜਾਂ ਵਿਜੇ ਪਾਇਆ। ਔਰ ਮਨ ਤਾਂ ਹੀ ਵਿਜੇ ਜਾਂ ਕੰਟਰੋਲ ਚ ਆਏਗਾ ਅਗਰ ਮਨ ਪਰਮੇਸ਼ਰ ਦੇ ਅੱਗੇ, ਸ਼ਬਦ ਗੁਰੂ ਦੇ ਅੱਗੇ ਸਰੈਂਡਰ ਕਰਾਂਗੇ। ਜਦੋਂ ਆਪਾਂ ਮੱਥਾ ਟੇਕਦਾ ਉਹਦਾ ਮਨੋਰਥ ਇਹੀ ਹੁੰਦਾ ਹੈ, ਗੁਰੂ ਮੈਂ ਆਪਣੀ ਮੱਤ ਤੇਰੇ ਅੱਗੇ ਸਰੈਂਡਰ ਕਰਦਾ, ਤੁਸੀਂ ਮੈਨੂੰ ਮੱਤ ਦਿਓ। ਸੋ ਗੁਰੂ ਦੀ ਜਿਹੜੀ ਮੱਤ ਹੈਗੀ ਆ, ਕਿਉਂਕਿ ਕੰਚਨ ਸੇ ਪਾਈਏ ਨਹੀਂ ਤੋਲ, ਕਬੀਰ ਸਾਹਿਬ ਕਹਿੰਦੇ ਆ ਵੀ ਜਿਹੜਾ ਸੋਨਾ ਬਹੁਤ ਕੀਮਤੀ ਹੈ, ਕੰਚਨ ਸੇ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮੈਂ ਬਿਜ਼ਨਸ ਕੀਤੀ, ਮਨ ਦੇਤਾ ਤੇ ਰਾਮ ਪਰਮੇਸ਼ਵਰ ਮੈਨੂੰ ਮਿਲ ਗਿਆ ਹੈ ਨਾ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਪ੍ਰੈਕਟੀਕਲ ਤੌਰ ਤੇ ਅਭਿਆਸ ਕਰਨਾ ਚਾਹੀਦਾ, ਅੰਮ੍ਰਿਤ ਵੇਲੇ ਦੀ ਸਾਂਭ ਕਰਨੀ ਚਾਹੀਦੀ ਆ, ਗੁਰਬਾਣੀ ਦੇ ਨਾਲ, ਸ਼ਬਦ ਦੇ ਨਾਲ ਜੁੜਨਾ ਚਾਹੀਦਾ। ਕਿਉਂਕਿ ਅਗਰ ਆਪਾਂ ਦੇਖੀਏ ਪ੍ਰੀਕਰਸਰ ਮੋਡ 'ਚ ਜਿਹੜਾ ਸਾਊਂਡ ਆ, ਜਿਹੜੀ ਵਾਈਬ੍ਰੇਸ਼ਨ ਆ, ਜਿਹੜੀ ਧੁਨੀ ਆ, ਜਿਹੜੀ ਨਾਦ ਆ, ਉਹਨੇ ਹੀ ਸਾਰਾ ਕੁਝ ਕ੍ਰੀਏਟ ਕੀਤਾ। ਤੁਸੀਂ ਉਹਨੂੰ ਓਮ ਕਹਿ ਲਓ, ਓਮਕਾਰ ਕਹਿ ਲਓ, ਲਾਗੋਤ ਕਹਿ ਲਓ, ਤੁਸੀਂ ਉਹਨੂੰ ਕੁੰਨ ਕਹਿ ਲਓ, ਬਿਗ ਬੈਂਗ ਕਹਿ ਲਓ, ਲੇਕਿਨ ਜਿਹੜੀ ਨਾਦ ਹੈਗੀ ਆ ਉਹੀ ਬ੍ਰਹਮ ਆ। ਗੁਰਮੁਖ ਨਾਦਮ, ਗੁਰਮੁਖ ਵੇਦਮ, ਗੁਰਮੁਖ ਰਿਆਸਮ। ਜਿਹੜਾ ਨਾਦ ਹੈਗਾ ਉਹੀ ਗੁਰੂ ਆ। ਵੇਦਨ ਦਾ ਅਰਥ ਹੁੰਦਾ ਨੌਲੇਜ, ਬ੍ਰਹਮ ਅਵਸਥਾ। ਗੁਰਮੁਖ ਰਿਆਸਮਾਈ ਮੀਨਸ ਸਭ ਦ੍ਰਿਸ਼ਟੀ, ਸਾਰੇ ਪਾਸੇ ਉਹੀ ਦੇਖਣਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਪ੍ਰੈਕਟੀਕਲ ਤੌਰ ਤੇ ਕਰੀਏ, ਔਖਾ ਸਮਾਂ ਮੇਰੇ ਖਿਆਲ ਨਾਲ ਬਹੁਤ ਛੇਤੀ ਘੱਟ ਜਾਣਾ। ਜਿੱਦਾਂ ਜਦੋਂ ਸੂਰਜ ਦੀ ਪੌ ਫੁੱਟਦੀ, ਮੈਂ ਤੁਹਾਨੂੰ ਦੱਸਦਾ, ਮੈਂ ਸੈਟਰਡੇ ਗਿਆ ਸੀ ਸਾਈਕਲ ਚਲਾਉਣ ਮਡਬੇ, ਤੇ ਇੱਕ ਪਾਸੇ ਪੂਰਾ ਚੰਦਰਮਾ ਜਿਹੜਾ ਉਹ ਸੈੱਟ ਹੋ ਰਿਹਾ ਸੀ ਜਿੱਦਾਂ ਮੂਨ ਸੈੱਟ, ਤੇ ਦੂਜੇ ਪਾਸੇ ਸੂਰਜ ਜਿਹੜਾ ਉਦੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸੋ ਦੇਖੋ ਅੰਧੇਰਾ ਜਿਹੜਾ ਹੈਗਾ
ਉਹ ਹਮੇਸ਼ਾ ਜਾਂਦਾ, ਉਜਿਆਲਾ ਹਮੇਸ਼ਾ ਆਉਂਦਾ ਔਰ ਅੱਛੇ ਦਿਨ ਆ ਰਹੇ ਨੇ। ਔਰ ਤੁਸੀਂ ਟੀਕਾ ਪਲੀਜ਼ ਜ਼ਰੂਰ ਲਾਓ, ਕਿਉਂਕਿ ਟੀਕੇ ਦੇ ਨਾਲ ਤੁਹਾਨੂੰ ਜਿੰਨੀ ਵੀ ਪ੍ਰੋਟੈਕਸ਼ਨ ਹੈ ਉਹ ਮਿਲੇਗੀ ਔਰ ਕੋਵਿਡ ਹੋਇਆ ਵੀ ਤੇ ਤੁਹਾਨੂੰ ਹਸਪਤਾਲ 'ਚ ਜਾਣ ਦੀ ਲੋੜ ਨਾ ਪਊਗੀ। ਸੋ ਇਸ ਲਈ ਆਪਾਂ ਵੈਕਸੀਨ ਲਾਈਏ। ਵੈਕਸੀਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਜੋ ਆ ਰਹੀ, ਕਿਸੇ ਨੂੰ ਕੋਈ ਮੌਤ ਨਹੀਂ ਹੋਈ। ਪੂਰੇ ਕੈਨੇਡਾ ਦੇ ਵਿੱਚ ਸਾਡੇ ਕੋਲ ਡੇਟਾ ਹੈਗਾ 2 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਤੁਹਾਡੀ ਵਾਰੀ ਵੀ ਆਏਗੀ, ਜਦੋਂ ਤੁਹਾਨੂੰ ਸੱਦਾ ਆਉਂਦਾ, ਬੁਲਾਵਾ ਆਉਂਦਾ, ਆਪਾਂ ਜ਼ਰੂਰ ਲਾਈਏ। ਅਗਲੇ ਹਫਤੇ ਫਿਰ ਤੁਹਾਡੇ ਦਰਸ਼ਨ ਕਰਾਂਗੇ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਬਹੁਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਡਾਕਟਰ ਪੁਰਜੀਤ ਦੇ ਵੀ ਹੁਣ ਜਿਹੜਾ ਵੈਕਸੀਨ ਲੱਗ ਚੁੱਕੀ ਹੈ ਤੇ ਸਾਡੀ ਵਾਰੀ ਵੀ ਆਉਣ ਵਾਲੀ ਹੈ ਤੇ ਸਾਨੂੰ ਜਿਹੜਾ ਹਮੇਸ਼ਾ ਪੋਜ਼ਿਟਿਵ ਰਹਿਣ ਦੀ ਲੋੜ ਹੈਗੀ ਹੈ ਤੇ ਇਸ ਵੈਕਸੀਨ ਦੇ ਵਿੱਚ ਕੋਈ ਵੀ ਖਰਾਬੀ ਨਹੀਂ ਹੈਗੀ, ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ। ਸੋ ਜਦੋਂ ਸਾਡੀ ਵਾਰੀ ਆਉਂਦੀ ਹੈ, ਜਦੋਂ ਸਾਨੂੰ ਉਹਨਾਂ ਦੀ ਕਾਲ ਆਉਂਦੀ ਹੈ ਤਾਂ ਸਾਨੂੰ ਜ਼ਰੂਰ ਆਪਣਾ ਨਾਮ ਜਿਹੜਾ ਰਜਿਸਟਰ ਕਰਨਾ ਚਾਹੀਦਾ। ਕੋਵਿਡ ਬਾਰੇ, ਵੈਕਸੀਨ ਬਾਰੇ, ਹੋਰ ਹੈਲਥ ਪ੍ਰੋਬਲਮਸ ਦੇ ਬਾਰੇ ਸੋਲਿਊਸ਼ਨਸ ਲੈ ਕੇ ਤੁਹਾਡੇ ਤੱਕ ਇਸ ਤਰ੍ਹਾਂ ਹੀ ਆਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।